ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰਿਆਂ ਦਾ। ਮੈਂ ਲਵਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਤੁਹਾਡਾ ਆਪਣੇ ਇਸ ਚੈਨਲ ਦੇ ਉੱਪਰ। ਅੱਜ ਦਾ ਆਪਾਂ ਬੇਸਿਕਲੀ ਗੱਲ ਕਰਨ ਜਾ ਰਹੇ ਹਾਂ ਡਾਇਮੈਂਸ਼ਨਸ ਦੇ ਉੱਪਰ। ਤੁਸੀਂ ਅੱਜ ਕੱਲ੍ਹ ਬਹੁਤ ਸੁਣਿਆ ਹੋਣਾ ਵਰਡ ਡਾਇਮੈਂਸ਼ਨਸ। ਮੂਵੀਜ਼ ਦੇ ਵਿੱਚ ਵੀ ਅੱਜ ਕੱਲ੍ਹ ਬਹੁਤ ਸਪੈਸੀਫਿਕਲੀ ਮਾਰਵਲ ਦੀਆਂ ਮੂਵੀਜ਼ ਦੇ ਵਿੱਚ ਬਹੁਤ ਯੂਜ਼ ਹੋਣ ਲੱਗ ਪਿਆ ਹੈ ਵਰਡ ਡਾਇਮੈਂਸ਼ਨਸ। ਡਾਕਟਰ ਸਟ੍ਰੇਂਜ ਡਾਇਮੈਂਸ਼ਨ ਨਾਲ ਲੈਂਦਾ ਆ ਐਂਡ ਦੈਨ ਹੀ ਗੋਜ਼ ਥਰੂ ਦੈਟ ਐਂਡ ਦੈਨ ਇੱਦਾਂ ਦੇ ਹੋਰ ਵੀ ਕਈ ਮੂਵੀਜ਼ ਆ ਜਿਹੜੀਆਂ ਡਾਇਮੈਂਸ਼ਨ 'ਤੇ ਬੇਸ ਹੁੰਦੀਆਂ। ਤੁਸੀਂ ਹੋਰ ਵੀ ਸੁਣਿਆ ਹੋਣਾ ਕਿ ਸਾਧੂ ਸੰਤ ਹੁੰਦੇ ਜਿਹੜੇ ਭੁਕਤੀ ਕਰਨ ਨੂੰ ਕਿਸੇ ਹੋਰ ਡਾਇਮੈਂਸ਼ਨ 'ਚ ਪਹੁੰਚ ਜਾਂਦੇ ਆ। ਅੱਜ ਬੇਸਿਕਲੀ ਆਪਾਂ ਇਹੀ ਗੱਲ ਕਰਾਂਗੇ ਕਿ ਕਿੰਨੀਆਂ ਤਰ੍ਹਾਂ ਦੀਆਂ ਡਾਇਮੈਂਸ਼ਨਸ ਹੋ ਸਕਦੀਆਂ ਆ ਅਤੇ ਜੇ ਉਹਨਾਂ ਵਿੱਚ ਕੋਈ ਬੰਦੇ ਰਹਿ ਰਹੇ ਆ ਉਹਨਾਂ ਕੋਲ ਕੀ ਪਾਵਰਸ ਹੋਊਗੀਆਂ ਸੁਪਰੀਮ ਬੀਇੰਗਸ ਕੋਲ। ਐਂਡ ਦੈਨ ਜੇ ਕੋਈ ਗੋਡ ਐਗਜ਼ਿਸਟ ਕਰਦਾ ਆ ਸਾਇੰਟੀਫਿਕਲੀ ਤੇ ਉਹ ਗੋਡ ਕਿਹੜੀ ਡਾਇਮੈਂਸ਼ਨ ਦੇ ਵਿੱਚ ਹੋ ਸਕਦਾ ਆ। ਅੱਜ ਆਪਾਂ ਇਹੀ ਕੁਝ ਗੱਲਾਂ ਕਰਦੇ ਹਾਂ ਇਸ ਚੈਨਲ ਦੇ ਉੱਪਰ ਐਂਡ ਲੈਟਸ ਗੈਟ ਸਟਾਰਟਡ। ਸਭ ਤੋਂ ਪਹਿਲਾਂ ਆਪਾਂ ਨੂੰ ਦੇਖਣਾ ਪੈਣਾ ਕਿ ਡਾਇਮੈਂਸ਼ਨ ਹੁੰਦੀ ਕੀ ਚੀਜ਼ ਆ। डायमेंशन इज़ बेसिकली अ डायरैक्शन कि मतलब अप डाउन लैफ्ट राइट किसी भी पासे ਨੂੰ डायरैक्शन ਜਿਹੜੀ ਹੋਗੀ ਉਹਨੂੰ ਆਪਾਂ डायमेंशन ਕਹਿ ਦਿੰਦੇ ਆ। ਬਟ ਇੱਕ डायरैक्शन ਜਿਹੜੀ ਆ ਉਹ डायमेंशन ਬਣਦੀ ਕਦੋਂ ਆ ਜਦੋਂ ਇੱਕ डायरैक्शन ਨੂੰ ਦੂਸਰੀ डायरैक्शन 90 ਡਿਗਰੀਜ਼ ਦੇ ਐਂਗਲ ਤੇ ਕ੍ਰਾਸ ਕਰੇ। ਇਹ ਕੰਡੀਸ਼ਨ ਆ ਕਿ ਮਤਲਬ ਇੱਕ डायरैक्शन ਦੂਸਰੀ डायरैक्शन ਨੂੰ ਪਰਪੈਂਡੀਕੂਲਰ ਹੀ ਕ੍ਰਾਸ ਕਰਨੀ ਚਾਹੀਦੀ ਆ ਤੇ ਤਾਂ ਹੀ डायमेंशन ਬਣੂਗੀ। ਇਹ ਉਦੋਂ ਇੱਕ ਡਾਇਰੈਕਸ਼ਨ ਡਾਇਮੈਂਸ਼ਨ ਬਣ ਜਾਂਦੀ ਹੈ ਬੇਸਿਕਲੀ। ਹੁਣ ਜਿਹੜਾ ਇੱਕ ਪੁਆਇੰਟ ਹੁੰਦਾ ਇੱਕ ਡਾਟ ਹੁੰਦੀ ਆ ਉਹਦੀ ਨਾ ਕੋਈ ਲੈਂਥ ਆ ਨਾ ਵਿਡਥ ਆ ਨਾ ਉਹਦੀ ਕੋਈ ਹਾਈਟ ਆ ਤੇ ਮਤਲਬ ਉਹ ਜ਼ੀਰੋ ਡਾਇਮੈਂਸ਼ਨ, ਉਹਦੀ ਕੋਈ ਡਾਇਮੈਂਸ਼ਨ ਨਹੀਂ ਹੈਗੀ। ਇੱਕ ਜਿਹੜਾ ਪੁਆਇੰਟ ਹੁੰਦਾ ਉਹ ਜ਼ੀਰੋ ਡਾਇਮੈਂਸ਼ਨ ਹੁੰਦਾ ਹੈ, ਨਾ ਉਹਦੀ ਕੋਈ ਲੈਂਥ ਆ ਨਾ ਵਿਡਥ ਆ। ਤੇ ਜਦੋਂ ਇੱਕ ਪੁਆਇੰਟ ਇੱਕ ਦੂਸਰੇ ਪੁਆਇੰਟ ਦੇ ਨਾਲ ਮਿਲ ਕੇ ਇੱਕ ਲਾਈਨ ਬਣਾ ਦਿੰਦਾ ਆ ਉਹ ਹੋ ਜਾਂਦੀ ਆ ਫਸਟ ਡਾਇਮੈਂਸ਼ਨ, ਉਹ ਪਹਿਲੀ ਡਾਇਮੈਂਸ਼ਨ ਬਣ ਜਾਂਦੀ ਆ। ਉਹਦੀ ਇੱਕ ਸਿਰਫ ਲੈਂਥ ਹੁੰਦੀ ਹੈ। ਮਤਲਬ ਜੇ ਕੋਈ ਕ੍ਰੀਚਰ ਉਹਦੇ ਉੱਪਰ ਰਹਿ ਰਿਹਾ ਜਾਂ ਕੋਈ ਬੀਇੰਗ ਫਸਟ ਡਾਇਮੈਂਸ਼ਨ ਦੇ ਵਿੱਚ ਰਹਿ ਰਿਹਾ ਤਾਂ ਉਹ ਸਿਰਫ ਇੱਕ ਹੀ ਡਾਇਰੈਕਸ਼ਨ 'ਚ ਜਾ ਪਾਊਗਾ, ਜਾਂ ਲੈਫਟ ਜਾਂ ਰਾਈਟ। ਮਤਲਬ ਕਿ ਉਹਦਾ ਵਾਸਤੇ ਅਪ ਡਾਊਨ ਜਾਂ ਅੱਗੇ ਪਿੱਛੇ ਕੁਝ ਨਹੀਂ ਹੈਗਾ, ਲੈਂਥ ਹੀ ਆ ਬਸ। ਉਹ ਦੋ ਡਾਟਸ ਮਿਲ ਕੇ ਉਹ 1D ਹੋ ਜਾਂਦਾ। ਤੇ ਫਿਰ ਜਦੋਂ ਉਹ ਚਾਰ ਲਾਈਨਾਂ ਮਿਲ ਕੇ ਜਦੋਂ ਇੱਕ ਸਕੁਅਰ ਬਣਾ ਦਿੰਦੀਆਂ ਆ ਉਹ ਬਣ ਜਾਂਦਾ ਆ 2D, ਉਹਨੂੰ ਕਹਿੰਦੇ ਆ ਸੈਕਿੰਡ ਡਾਇਮੈਂਸ਼ਨ। ਤੇ ਜਿਹੜਾ ਕੋਈ ਬੀਇੰਗ ਸੈਕਿੰਡ ਡਾਇਮੈਂਸ਼ਨ ਦੇ ਵਿੱਚ ਰਹਿ ਰਿਹਾ ਉਹ ਅੱਗੇ ਪਿੱਛੇ ਲੈਫਟ ਰਾਈਟ ਮਤਲਬ ਇਦਾਂ ਹੀ ਜਾ ਸਕਦਾ। ਉਹਦੇ ਵਾਸਤੇ ਅਪ ਡਾਊਨ ਨਹੀਂ ਹੈਗਾ, ਲੈਂਥ ਉਹ ਸੈਕਿੰਡ ਡਾਇਮੈਂਸ਼ਨ ਦੀ ਤੇ ਵਿਡਥ ਆ, ਕਿਉਂਕਿ ਚਾਰ ਲਾਈਨਾਂ ਨੂੰ ਮਿਲ ਕੇ ਇੱਕ ਸਕੁਅਰ ਬਣਾਤਾ। ਤੇ ਹੁਣ ਜੇ ਕੋਈ ਉਹਦੇ ਵਿੱਚ ਬੀਇੰਗ ਰਹਿ ਰਿਹਾ ਹੈ ਤੇ ਉਹ ਮਤਲਬ ਅੱਗੇ ਪਿੱਛੇ ਜਾ ਸਕਦਾ ਹੈ, ਲੈਫਟ ਰਾਈਟ ਜਾ ਸਕਦਾ ਹੈ, ਉੱਪਰ ਥੱਲੇ ਨਹੀਂ ਜਾ ਸਕਦਾ ਕਿਉਂਕਿ ਉਹਦੇ ਵਾਸਤੇ ਉਹ ਡਾਇਮੈਂਸ਼ਨ ਐਗਜ਼ਿਸਟ ਹੀ ਨਹੀਂ ਕਰਦੀ। ਹੁਣ ਜੇ ਆਪਾਂ ਨੂੰ ਕੋਈ ਐਗਜ਼ਾਮਪਲ ਲੈਣੀ ਹੋਵੇ ਕਿ ਕਿਹੜਾ ਆਪਣੀ ਆਮ ਜ਼ਿੰਦਗੀ ਦੇ ਵਿੱਚ ਕਿਹੜਾ ਕ੍ਰੀਚਰ ਆ ਕਿ ਜਿਹੜਾ ਹੋ ਸਕਦਾ ਆ 2D ਡਾਇਮੈਂਸ਼ਨ ਦੇ ਵਿੱਚ ਰਹਿ ਰਿਹਾ ਹੋਵੇ, ਉਹ ਹੋ ਸਕਦੀ ਆ ਕੀੜੀ, ਹੋ ਸਕਦੀ ਇੱਕ ਸਿੰਪਲ ਜੀ ਐਂਟ ਜਿਹੜੀ ਹੁੰਦੀ ਆ ਉਹ ਇੱਕ 2D ਡਾਇਮੈਂਸ਼ਨ ਦੇ ਵਿੱਚ ਫਸੀ ਹੋਈ ਆ। ਇਹਦੀ ਸਿੰਪਲ ਐਗਜ਼ਾਮਪਲ ਇਹ ਹੈ ਕਿ ਤੁਸੀਂ ਜੇ ਕੋਈ ਕੀੜੀ ਆਮ ਵੀ ਚੱਲਦੀ ਦੇਖ ਰਹੇ ਹੋ, ਤੁਸੀਂ ਅਗਰ ਪੈਨ ਦੇ ਨਾਲ ਵੀ ਅੱਗੇ ਇੱਕ ਲਾਈਨ ਬਣਾ ਦਿੰਦੇ ਆ ਤੇ ਉਹ ਨਹੀਂ ਕ੍ਰਾਸ ਨਹੀਂ ਕਰ ਪਾਊਗੀ ਉਹ ਲਾਈਨ ਨੂੰ, ਕਿਉਂਕਿ ਉਹਨੂੰ ਉਹਦੇ ਵਾਸਤੇ ਹਾਈਟ ਐਗਜ਼ਿਸਟ ਹੀ ਨਹੀਂ ਕਰ ਰਹੀ। ਉਹ ਸੈਕਿੰਡ ਡਾਇਮੈਂਸ਼ਨ ਦੇ ਵਿੱਚ ਰਹਿ ਰਹੀ ਹੈ ਕੀੜੀ, ਉਹ ਸਟਕ ਉਹ ਡਾਇਮੈਂਸ਼ਨ ਦੇ ਵਿੱਚ। ਉਹਦੇ ਵਾਸਤੇ ਸਿਰਫ ਲੈਂਥ ਆ ਤੇ ਵਿਡਥ ਆ, ਉਹ ਅੱਗੇ ਜਾ ਸਕਦੀ ਹੈ, ਸਾਈਡ ਤੇ ਜਾ ਸਕਦੀ ਹੈ, ਬਟ ਉਹ ਲਾਈਨ ਨੂੰ ਟੱਪ ਨਹੀਂ ਸਕਦੀ ਪੈਨ ਦੀ ਨੂੰ, ਕਿਉਂਕਿ ਉਹਨੂੰ ਨਹੀਂ ਪਤਾ ਕਿ ਹਾਈਟ ਵੀ ਕੋਈ ਚੀਜ਼ ਆ ਮੈਂ ਟੱਪ ਵੀ ਸਕਦੀ ਹਾਂ। ਇਸ ਕਰਕੇ ਕਿ ਕਦੀ ਵੀ ਤੁਸੀਂ ਕੀੜੀ ਦੇ ਉੱਪਰ ਜਾਂ ਕੋਈ ਵੀ ਹੋਰ ਛੋਟੇ ਇਨਸੈਕਟ ਬਗਸ ਵਗੈਰਾ ਹੋ ਗਏ ਜਿਹੜੇ ਮਤਲਬ ਕਿ ਲਿਟਰਲੀ ਸਟਕ ਟੂ ਦਾ ਗਰਾਊਂਡ ਰਹਿੰਦੇ ਜ਼ਿਆਦਾਤਰ, ਉਹਨਾਂ ਦੇ ਵਾਸਤੇ ਸੈਕਿੰਡ ਡਾਇਮੈਂਸ਼ਨ ਦੇ ਵਿੱਚ ਹੀ ਫਸੇ ਹੋਏ, ਉਹਨਾਂ ਵਾਸਤੇ ਹਾਈਟ ਐਗਜ਼ਿਸਟ ਨਹੀਂ ਕਰਦੀ। ਤੇ ਮਤਲਬ ਜੇ ਤੁਸੀਂ ਉਹਨਾਂ ਦੇ ਅੱਗੇ ਪੈਨ ਦੇ ਨਾਲ ਲਾਈਨ ਬਣਾਓਗੇ ਉਹ ਨਹੀਂ ਕ੍ਰਾਸ ਕਰ ਪਾਓਗੇ ਉਹ ਲਾਈਨ ਦੇ ਨਾਲ। ਉਹਨਾਂ ਨੂੰ ਲੱਗਣਾ ਕਿ ਯਾਰ ਫਕ ਇਹ ਕੰਧ ਆ ਗਈ ਅੱਗੇ ਆਬਸਟੈਕਲ ਹੈ, ਇਹਨੂੰ ਮੈਂ ਕ੍ਰਾਸ ਨਹੀਂ ਕਰ ਪਾਊਂਗਾ। ਜਿਹੜੀ ਮੈਂ ਚੀਜ਼ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਆਪਾਂ ਕਿੱਦਾਂ 2D ਜਿਹੜਾ ਆਬਜੈਕਟ ਆ, ਕੋਈ ਸਕੁਅਰ ਜਾਂ ਕੋਈ ਵੀ 2D ਆਬਜੈਕਟ ਹੋ ਗਿਆ, ਉਹਨੂੰ ਜੇ ਕੋਈ 3D ਸਫੀਅਰ ਜਾਂ ਕੋਈ ਵੀ 3D ਆਬਜੈਕਟ ਉਹਦੀ ਡਾਇਮੈਂਸ਼ਨ ਦੇ ਵਿੱਚ ਜਾਂਦਾ ਆ, ਜਿੱਦਾਂ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਕੀੜੀ ਨੂੰ ਕਿੱਦਾਂ ਉਹਦੇ ਅੱਗੇ ਲਾਈਨ ਬਣਾ ਦੂੰਗੇ, ਉਹਨੂੰ ਇੱਦਾਂ ਲੱਗਣਾ ਕਿ ਕੰਧ ਹੀ ਆ ਸਾਹਮਣੇ। ਸਿਮਿਲਰਲੀ ਸਪੋਜ਼ ਕਰੋ ਕਿ ਆਹ ਜਿਹੜਾ ਸਕੁਅਰ ਆ ਇੱਕ ਕੀੜੀ ਆ, ਇੱਕ 2D ਕ੍ਰੀਚਰ ਆ, ਅਤੇ ਆਹ ਇਹਦੀ ਵਿਜ਼ਨ ਆ, ਜੋ ਲਾਈਟਾਂ ਆਪਾਂ ਦੇਖ ਰਹੇ ਹਾਂ ਰੇਜ਼ ਆਫ ਲਾਈਟ, ਇਹ ਇਹਦੀ ਵਿਜ਼ਨ ਆ। ਮਤਲਬ ਕਿ ਇਹ ਸਿਰਫ ਇੰਨਾ ਹੀ ਦੇਖ ਪਾ ਰਿਹਾ, ਇਹਦੀ ਸੈਕਿੰਡ ਡਾਇਮੈਂਸ਼ਨ ਦੇ ਵਿੱਚ ਹਾਈਟ ਐਗਜ਼ਿਸਟ ਨਹੀਂ ਕਰ ਰਹੀ। ਹੁਣ ਜਦੋਂ ਇੱਕ 3D ਆਬਜੈਕਟ ਜਿੱਦਾਂ ਕਿ ਸਫੀਅਰ ਇਹਦੀ ਡਾਇਮੈਂਸ਼ਨ 'ਚ ਜਾਊਗਾ ਤੇ ਇਹਨੂੰ ਇੱਕ ਟਾਈਮ 'ਤੇ ਇੱਦਾਂ ਲੱਗੂਗਾ ਕਿ ਕੋਈ ਸਰਕਲ ਆਇਆ, ਮਤਲਬ ਕੋਈ ਡਾਟ ਆਈ, ਫਿਰ ਉਹ ਸਰਕਲ ਵੱਡਾ ਹੁੰਦਾ ਗਿਆ, ਫਿਰ ਜਿੱਦਾਂ ਜਿੱਦਾਂ ਸਫੀਅਰ ਗਿਆ ਸਰਕਲ ਛੋਟਾ ਹੁੰਦਾ ਗਿਆ ਐਂਡ ਫਾਈਨਲੀ ਸਰਕਲ ਡਿਸਅਪੀਅਰ ਹੋ ਗਿਆ। ਸੋ ਸਕੁਅਰ ਵਾਸਤੇ ਉਹਦੀ ਵਿਜ਼ਨ ਦੇ ਵਿੱਚ ਕੋਈ ਸਫੀਅਰ ਆਇਆ ਬਟ ਉਹ ਹੌਲੀ ਹੌਲੀ ਛੋਟਾ ਹੁੰਦਾ ਗਿਆ, ਫਿਰ ਸਰਕਲ ਬਣਿਆ, ਫਿਰ ਵੱਡਾ ਹੋ ਗਿਆ ਸਰਕਲ, ਫਿਰ ਸਰਕਲ ਛੋਟਾ ਹੋ ਗਿਆ ਐਂਡ ਦੈਨ ਫਾਈਨਲੀ ਡਿਸਅਪੀਅਰਡ। ਸੋ ਸਕੁਅਰ ਵਾਸਤੇ ਇਹ ਸੀਨ ਨਹੀਂ ਹੈਗਾ ਕਿ ਉਹਨੂੰ ਹਾਈਟ ਵੀ ਦਿਖੂਗੀ ਉਹਦੀ, ਉਹ ਜਿੰਨਾ ਮਰਜ਼ੀ ਟਰਾਈ ਕਰ ਲੇ ਉਹਨੂੰ ਉਹਦਾ ਸਿਰਫ ਪਹਿਲਾ ਪਾਰਟ ਹੀ ਦਿਖਣਾ। ਮਤਲਬ ਜੇ ਉਹ 2D ਕ੍ਰੀਚਰ ਆ ਉਹਦੀ
ਵਿਜ਼ਨ ਸਿਰਫ ਉਹਨੂੰ ਇੰਨੀ ਦਿਖਣੀ ਆ, 1D ਵਿਜ਼ਨ ਦਿਖਣੀ ਆ। ਮਤਲਬ ਉਹਨੂੰ ਓਬਵੀਅਸਲੀ ਪਤਾ ਕਿੱਦਾਂ ਲੱਗੂਗਾ ਕਿ ਇਹ ਸਰਕਲ ਆ। ਇਹ ਫਲੈਟਲੈਂਡ ਬੁੱਕ ਦੀ ਰੈਫਰੈਂਸ ਅਬਾਊਟ ਦੀ ਬੁੱਕ ਆ ਇੱਕ ਫਲੈਟਲੈਂਡ, ਉਹਦੇ ਵਿੱਚ ਉਹਨੇ ਸਾਰਾ ਐਕਸਪਲੇਨ ਕੀਤਾ। ਜੇ ਕਿਸੇ ਹੋਰ ਵੀਡੀਓ ਦੇ ਵਿੱਚ ਮੈਂ ਪਾ ਸਕਦਾ, ਬਟ ਆ ਉਹਦੀ ਵਿਜ਼ਨ ਆ ਜਿਹੜੀ ਦਿਖ ਰਹੀ ਆ 2D ਕ੍ਰੀਚਰ ਦੀ। ਸੈਂਟਰ ਦੇ ਵਿੱਚ ਉਹਨੂੰ ਪਤਾ ਲੱਗ ਗਿਆ ਕਿ ਮਤਲਬ ਬਰਾਈਟ ਆ ਅਤੇ ਪਿੱਛੇ ਥੋੜ੍ਹਾ ਲਾਈਟ ਹੋ ਰਿਹਾ ਅਤੇ ਮਤਲਬ ਸਰਕਲ ਆ। ਜੇ ਕੋਈ ਰਾਊਂਡਡ ਸ਼ੇਪ ਹੁੰਦੀ ਉਹਨੂੰ ਉੱਥੇ ਹੋਰ ਲਾਈਟ ਦਿਖਦੀ, ਤੁਹਾਨੂੰ ਪਤਾ ਲੱਗ ਜਾਣਾ ਸੀ ਕੋਈ ਹੋਰ ਚੀਜ਼ ਆ, ਬਟ ਉਹਨੂੰ ਹੁਣ ਸਰਕਲ ਦਿਖ ਰਿਹਾ। ਇੱਕ ਵਾਰੀ ਫਿਰ ਆਪਾਂ ਵੀਡੀਓ ਦੇਖਦੇ ਹਾਂ ਅਤੇ ਹੁਣ ਉਹਦੇ ਉੱਪਰੋਂ ਵਿਜ਼ਨ ਦੇਖੋ 2D ਕ੍ਰੀਚਰ ਦੀ ਕਿੱਦਾਂ ਦੀ ਹੁੰਦੀ ਹੈ। ਸਰਕਲ ਆਇਆ, ਛੋਟਾ ਹੋ ਗਿਆ, ਫਿਰ ਵੱਡਾ ਹੋ ਗਿਆ, ਫਿਰ ਉਹਦੀਆਂ ਅੱਖਾਂ ਜਦੋਂ ਆਈਆਂ ਉਹ ਵੀ ਆਪਾਂ ਨੂੰ ਵਿੱਚ ਦਿਖਦੀ ਹੈ ਚੀਜ਼। ਅਤੇ ਮਤਲਬ ਉਹਦੀ ਵਿਜ਼ਨ ਵਾਸਤੇ ਸਿਰਫ ਉਹਨੂੰ ਇੱਕ ਉਹਦਾ ਛੋਟਾ ਜਿਹਾ ਪਾਰਟ ਹੀ ਦਿਖੂਗਾ, ਉਹਦੇ ਵਾਸਤੇ ਹਾਈਟ ਐਗਜ਼ਿਸਟ ਨਹੀਂ ਕਰ ਰਹੀ। ਕਹਿਣ ਦਾ ਮੇਰਾ ਮਤਲਬ ਇਹ ਆ। ਅਤੇ ਬੇਸਿਕਲੀ ਸਿਮਿਲਰਲੀ ਆਪਾਂ ਨੂੰ ਜਦੋਂ ਆਪਾਂ 3D ਡਾਇਮੈਂਸ਼ਨ ਦੇ ਵਿੱਚ ਰਹਿ ਰਹੇ ਹਾਂ, ਆਪਾਂ ਨੂੰ 2D ਵਿਜ਼ਨ ਦਿਖਦੀ ਹੈ। ਮੈਂ ਅੱਗੇ ਐਕਸਪਲੇਨ ਕਰਦਾ ਕਿੱਦਾਂ। ਹੁਣ ਜੇ ਆਪਾਂ 4 ਲਾਈਨਾਂ ਨੂੰ ਜੋੜ ਕੇ ਇੱਕ ਸਕੁਅਰ ਬਣਾਇਆ ਸੀਗਾ, ਹੁਣ ਆਪਾਂ 6 ਸਕੁਅਰਸ ਨੂੰ ਜੋੜ ਕੇ ਇੱਕ ਕਿਊਬ ਬਣਾ ਸਕਦੇ ਹਾਂ। ਉਹ ਕਿਊਬ ਕਿਹੜੀ ਡਾਇਮੈਂਸ਼ਨ 'ਚ, 3rd ਡਾਇਮੈਂਸ਼ਨ 'ਚ ਆ ਜਾਂਦਾ। ਉਹ ਆਪਣੀ ਜਿਹੜੀ ਆਪਾਂ ਡਾਇਮੈਂਸ਼ਨ ਦੇ ਵਿੱਚ ਰਹਿ ਰਹੇ ਹਾਂ, ਇਹ ਬਹੁਤ ਆਪਣੇ ਵਾਸਤੇ ਫੈਮਿਲੀਅਰ ਡਾਇਮੈਂਸ਼ਨ ਕਹਿ ਸਕਦੇ ਹਾਂ ਆਪਾਂ, ਕਿਉਂਕਿ 3rd ਡਾਇਮੈਂਸ਼ਨ ਆ ਆਪਾਂ ਯੂਜ਼ ਟੂ ਐ ਡਾਇਮੈਂਸ਼ਨ ਦੇ ਆਪਾਂ ਜਦ ਆਸ-ਪਾਸ ਦੇਖੀਦਾ ਸਾਰਾ ਕੁਛ ਆ 3D ਆ, ਆਪਾਂ ਨਾ 3rd ਡਾਇਮੈਂਸ਼ਨ ਦੇ ਵਿੱਚ ਹੀ ਆਪਾਂ ਰਹਿ ਰਹੇ ਹਾਂ। ਇਹਨੂੰ ਕਹਿੰਦੇ ਆ 3D ਜਿੱਦਾਂ ਆਮ ਰਹਿ ਰਹੇ ਹਾਂ। ਬਟ ਇੱਕ ਗੱਲ ਇੱਥੇ ਬਹੁਤ ਆਪਾਂ ਨੂੰ ਦੇਖਣ ਵਾਲੀ ਆ ਕਿ ਰਹਿ ਆਪਾਂ ਚਾਹੇ 3D ਡਾਇਮੈਂਸ਼ਨ ਦੇ ਵਿੱਚ ਰਹੇ ਹਾਂ, ਪਰ ਆਪਾਂ ਦੇਖ ਸਾਰਾ ਕੁਝ 2D ਦੇ ਵਿੱਚ ਹੀ ਰਹੇ ਹਾਂ। ਫੋਰ ਐਗਜ਼ਾਮਪਲ ਹੁਣ ਤੁਸੀਂ ਇੱਦਾਂ ਉਹਦੇ ਉੱਤੇ ਬੈਠੇ ਹੋਏ ਆ, ਸਕਰੀਨ ਦੇ ਉੱਪਰ ਬੈਠੇ ਹੋਏ ਆ, ਮੇਰੇ ਹੱਥ ਦੇ ਵਿੱਚ ਚਾਬੀ ਆ ਗੱਡੀ ਦੀ। ਹੁਣ ਚਾਬੀ ਫਿਲਹਾਲ ਤੁਹਾਨੂੰ 3D ਲੱਗ ਰਹੀ ਆ, ਬਟ ਜੇ ਦੇਖ ਆਪਣੀ ਕੰਪਿਊਟਰ ਦੀ ਸਕਰੀਨ ਤੇ 2D ਰਹੇ ਆ, ਤੇ ਮੈਨੂੰ ਵੀ ਇੱਦੋਂ ਮੈਂ ਦੇਖੂੰਗਾ 2D ਹੀ ਦਿਖੂਗੀ। ਉਹ 3D ਚੀਜ਼ ਕਦੋਂ ਲੱਗਦੀ ਆ? ਕਿਉਂਕਿ ਉਹ ਲਾਈਟ ਸ਼ੈਡੋ ਇਦਾਂ ਪਲੇ ਕਰਦੀ ਆ ਕਿ ਉਹ 3D ਚੀਜ਼ ਲੱਗਦੀ ਆ, ਬਟ ਉਹ ਹੁੰਦੀ ਅਸਲ ਦੇ ਵਿੱਚ ਹੁੰਦੀ 2D ਆ ਆਪਣੇ ਸਾਹਮਣੇ। ਬਟ ਉਹ 3D ਕਿਉਂ ਲੱਗਦੀ ਆ? ਕਿਉਂਕਿ ਲਾਈਟ ਐਂਡ ਸ਼ੈਡੋ ਦੇ ਪਲੇ ਲਾਈਕ ਦੈਟ ਕਿ ਉਹ ਚੀਜ਼ 3D ਨਜ਼ਰ ਆਉਣ ਲੱਗ ਪੈਂਦੀ ਆ ਆਪਾਂ ਨੂੰ, ਤੇ ਆਪਣਾ ਦਿਮਾਗ ਉਹਨੂੰ 3D ਪ੍ਰੋਸੈਸ ਕਰਦਾ ਹੈ। ਹੁਣ ਜਦੋਂ ਆਪਾਂ ਇੱਕ ਪੈਟਰਨ ਬਣ ਰਿਹਾ, ਆਪਾਂ ਜੇ ਨੋਟ ਕਰੀਏ ਤਾਂ ਪਹਿਲਾਂ ਆਪਾਂ 2 ਡਾਟਸ ਜੋੜੇ, ਆਪਾਂ ਇੱਕ ਲਾਈਨ ਬਣਾਈ ਜਿਹੜੀ ਕਿ 1D ਸੀਗੀ। ਫਿਰ ਆਪਾਂ 4 ਲਾਈਨਾਂ ਜੋੜੀਆਂ ਤੇ ਇੱਕ ਸਕੁਅਰ ਬਣਾਇਆ ਜਿਹੜਾ ਕਿ 2D ਸੀਗਾ। ਫਿਰ ਆਪਾਂ 6 ਸਕੁਅਰ ਜੋੜੇ ਤੇ ਇੱਕ ਕਿਊਬ ਬਣਾਇਆ ਜਿਹੜਾ ਕਿ ਸੀਗਾ 3D। ਤੇ ਪੈਟਰਨ ਚੱਲ ਰਿਹਾ। ਹੁਣ ਆਪਾਂ 8 ਕਿਊਬ ਜੋੜਨੇ ਆ। 8 ਕਿਊਬ ਦੇ ਨਾਲ ਆਪਾਂ ਨੂੰ ਇੱਕ 4D ਜਿਓਮੈਟ੍ਰੀਕਲ ਸ਼ੇਪ ਮਿਲ ਜੂਗੀ, ਜਿਹਨੂੰ ਆਪਾਂ ਕਹਿੰਦੇ ਆ ਟੈਜ਼ਰੈਕਟ। ਉਹ ਟੈਜ਼ਰੈਕਟ ਦੀਆਂ ਸਾਈਡਸ ਜਿਹੜੀਆਂ ਆ ਉਹ 8 ਕਿਊਬਸ ਨੂੰ ਜੋੜਾਂਗੇ ਆਪਾਂ, ਉਦੋਂ ਟੈਜ਼ਰੈਕਟ ਬਣਦਾ ਹੈ। ਹੁਣ ਟੈਜ਼ਰੈਕਟ ਨੂੰ ਇਮੇਜਿਨ ਕਰ ਪਾਉਣਾ ਉਹ ਆਪਣੇ ਵਾਸਤੇ ਦੇ ਵਿੱਚ ਨਹੀਂ ਹੈਗਾ, ਕਿਉਂਕਿ ਆਪਣਾ ਬ੍ਰੇਨ ਇਵੋਲਵ ਹੀ ਨਹੀਂ ਹੋਇਆ 4D ਚੀਜ਼ਾਂ ਉਹਨੂੰ ਇਮੇਜਿਨ ਕਰਨ ਵਾਸਤੇ। ਤੁਸੀਂ ਕਿੰਨਾ ਵੀ ਸੋਚ ਲਓ, ਯੂ ਕੈਨ ਇਮੇਜਿਨ ਦੈਟ ਸ਼ਿਟ, ਬਿਕਾਜ਼ ਆਪਣਾ ਬ੍ਰੇਨ ਇਵੋਲਵ ਹੀ ਹੰਟਿੰਗ ਕਰਨ ਵਾਸਤੇ ਹੋਇਆ। ਅਫਰੀਕਾ ਦੇ ਜੰਗਲਾਂ 'ਚ ਆਪਾਂ ਇਵੋਲਵ ਹੋਏ ਆ, ਸ਼ੇਰਾਂ ਦੇ ਪਿੱਛੇ ਭੱਜਦੇ ਐਂਡ ਦੈਨ ਇਹ ਜਿਹੜੀਆਂ ਚੀਜ਼ਾਂ ਆ 4D 5D ਆਪਣਾ ਦਿਮਾਗ ਪ੍ਰੋਸੈਸ ਹੀ ਨਹੀਂ ਕਰ ਪਾਊਗਾ, ਕਿਉਂਕਿ ਵੀ ਆਰ ਨਾਟ ਪ੍ਰੋਗਰਾਮ ਟੂ ਡੂ ਦੈਟ। ਹੁਣ ਆਪਾਂ ਨੂੰ ਇੱਥੇ ਇੱਕ ਚੀਜ਼ ਨੋਟ ਕਰਨੀ ਪੈਣੀ ਆ ਕਿ ਕੁਝ ਲੋਕ ਕਹਿੰਦੇ ਆ ਕਿ 4th ਡਾਇਮੈਂਸ਼ਨ ਟਾਈਮ ਆ, ਤੇ ਕੁਝ ਲੋਕ ਕਹਿੰਦੇ ਆ ਕਿ ਇੱਕ ਡਾਇਰੈਕਸ਼ਨ ਆ ਜਿਹੜੀ ਆਪਾਂ ਨੂੰ ਦਿਖਦੀ ਨਹੀਂ ਆ, ਕਿ ਦੋਨੇ ਹੀ ਚੀਜ਼ਾਂ ਸਹੀ ਆ। ਟਾਈਮ ਇਸ ਕਰਕੇ ਆ ਕਿਉਂਕਿ ਆਇਨਸਟਾਈਨ ਨੇ ਥਿਊਰੀ ਆਫ ਰਿਲੇਟਿਵਿਟੀ ਕੱਢ ਕੇ 1915 ਦੇ ਵਿੱਚ ਪ੍ਰੂਵ ਕਰਤੀ ਹੈ ਚੀਜ਼ ਕਿ ਬੇਸਿਕਲੀ ਆਪਾਂ ਸਪੇਸ ਟਾਈਮ ਦੇ ਵਿੱਚ ਹੀ ਰਹਿ ਰਹੇ ਹਾਂ। ਟਾਈਮ ਇਜ਼ ਦਾ 4th ਡਾਇਮੈਂਸ਼ਨ। ਉਸ ਤੋਂ ਬਾਅਦ ਵਿੱਚ ਜੇ ਇਹ ਗੱਲ ਦਾ ਐਗਜ਼ਾਮਪਲ ਲੈਣਾ ਹੋਵੇ ਆਪਾਂ ਤਾਂ ਇਸ ਤਰੀਕੇ ਨਾਲ ਲੈ ਸਕਦੇ ਹਾਂ ਕਿ ਜਦੋਂ ਆਪਾਂ ਕਿਸੇ ਨੂੰ ਮਿਲਣਾ ਹੁੰਦਾ ਹੈ ਤੇ ਆਪਾਂ ਉਹਨੂੰ ਦੱਸਦੇ ਹਾਂ ਕਿ ਆਪਾਂ ਤੁਹਾਨੂੰ ਇੱਥੇ ਮਿਲਾਂਗੇ, ਆਪਾਂ ਸਪੈਸੀਫਾਈ ਕਰਦੇ ਹਾਂ ਕਿਹੜੀ ਡਾਇਮੈਂਸ਼ਨ 'ਚ ਮਿਲਾਂਗੇ, ਵਿਡਥ ਹਾਈਟ ਸਭ ਦੱਸਦੇ ਹਾਂ ਕਿ ਮਤਲਬ ਇਹ ਐਡਰੈਸ ਦੇਵਾਂਗੇ, ਬੇਸਿਕਲੀ ਡਾਇਮੈਂਸ਼ਨ 'ਚ ਦੇ ਰਹੇ ਹਾਂ ਆਪਾਂ। ਹਾਈਟ ਆਪਾਂ ਇਸ ਕਰਕੇ ਨਹੀਂ ਦੱਸਦੇ, ਆਪਾਂ ਬੇਸਿਕਲੀ ਥੱਲੇ ਹੀ ਮਿਲਣਾ ਹੁੰਦਾ। ਜੇ ਆਪਾਂ ਕਿਸੇ ਹੋਟਲ 'ਚ ਜਾਣਾ, ਕਿਸੇ ਕਮਰੇ 'ਚ ਮਿਲਣਾ, ਕਿਸੇ ਫਲੋਰ 'ਤੇ ਮਿਲਣਾ, ਤਾਂ ਆਪਾਂ ਦੱਸਦੇ ਹਾਂ ਕਿ ਬਈ ਇਹਦੇ ਨੰਬਰ 'ਤੇ ਆਈ। ਤੇ ਉਹਦੇ ਨਾਲ ਇੱਕ ਹੋਰ ਵੀ ਬਹੁਤ ਜ਼ਰੂਰੀ ਚੀਜ਼ ਜਿਹੜੀ ਆਪਾਂ ਦੱਸਦੇ ਹਾਂ ਉਹ ਆ ਟਾਈਮ, ਕਿ ਮਤਲਬ ਇੰਨੇ ਵਜੇ ਮਿਲਣਾ, ਇੰਨੇ ਵਜੇ ਮਿਲਣਾ। ਤਾਂ ਬੇਸਿਕਲੀ ਆਪਾਂ 4 ਚੀਜ਼ਾਂ ਨੂੰ ਦੱਸਦੇ ਹਾਂ। ਆਪਣੀ ਡੇਲੀ ਲਾਈਫ ਦੇ ਵਿੱਚ ਬਹੁਤ ਐਂਗਰੇਵ ਆ ਟਾਈਮ ਜਿਹੜਾ। ਤੋ ਟਾਈਮ ਇਜ਼ ਦਾ 4th ਡਾਇਮੈਂਸ਼ਨ। ਬਟ ਜੇ ਆਪਾਂ ਇਸ ਨੂੰ ਐਜ਼ ਦਾ ਫਿਜ਼ੀਕਲ ਡਾਇਮੈਂਸ਼ਨ ਜਿਹੜੀ ਆਪਾਂ ਕਹਿ ਸਕਦੇ ਹਾਂ, ਜਾਂ ਆਪਾਂ ਕਹਿ ਸਕਦੇ ਹਾਂ ਕਿ ਕੋਈ ਅਲੱਗ ਡਾਇਮੈਂਸ਼ਨ ਦੀ ਤਰ੍ਹਾਂ ਦੇਖਿਆ ਜਾਵੇ, ਉਹ ਐਗਜ਼ਿਸਟ ਕਰਦੀ ਆ, ਤਾਂ ਉਹ ਵੀ ਸਹੀ ਆ। ਹੁਣ ਆਪਾਂ ਨੂੰ ਕੁਐਸਚਨ ਇੱਥੇ ਇਹ ਬਣਦਾ ਆ ਮੇਨ ਕਿ ਆਪਾਂ ਨੂੰ ਲੋੜ ਕੀ ਪਈ, ਆਪਾਂ ਨੂੰ ਕੀ ਜ਼ਰੂਰਤ ਸੀਗੀ ਕਿ 3 ਡਾਇਮੈਂਸ਼ਨਾਂ ਤੋਂ ਉੱਪਰ ਸੋਚਣ ਦੀ, ਕਿ ਯਾਰ 4 5 6 7 ਇੱਦਾਂ ਵੀ ਡਾਇਮੈਂਸ਼ਨਾਂ ਹੋ ਸਕਦੀਆਂ। ਇਹਦੇ ਵਾਸਤੇ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹੈ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਜਿਹੜਾ ਆਪਣਾ 2D ਕ੍ਰੀਏਚਰ ਆ ਉਹਦੇ ਵਾਸਤੇ ਜਦੋਂ 3D ਚੀਜ਼ ਉਹਦੇ ਵਿੱਚ ਜਾਊਗੀ ਤੁਹਾਨੂੰ ਕਿੱਦਾਂ ਨਜ਼ਰ ਆਊਗੀ, ਮੈਂ ਤੁਹਾਨੂੰ ਸਮਝਾ ਚੁੱਕਿਆ ਪਹਿਲਾਂ ਸਾਰਾ ਕੁਝ। ਹੁਣ ਸਿਮਿਲਰਲੀ ਇੱਕ ਸੋਚ ਲਓ ਕਿ ਤੁਹਾਡੇ ਕੋਲ ਇੱਕ ਕ੍ਰਿਸਟਲ ਆ, ਮਤਲਬ ਕਿ ਗੋਲਡ ਜਿਹਾ ਤੁਹਾਡੇ ਕੋਲੇ ਕੋਈ ਕ੍ਰਿਸਟਲ ਆ ਕੱਚ ਦਾ,
ਤੇ ਤੁਸੀਂ ਉਹ ਕ੍ਰਿਸਟਲ ਨੂੰ ਇੱਕ ਟੇਬਲ ਆ, ਉਹ ਟੇਬਲ ਦੇ ਉੱਪਰ ਐਂਟਸ ਰਹਿ ਰਹੀਆਂ ਆ, ਕੀੜੀਆਂ ਰਹਿ ਰਹੀਆਂ ਆ, ਮਤਲਬ ਕੀੜੀਆਂ ਦੀ ਉੱਥੇ ਕਲੋਨੀ ਆ, ਜੋ ਵੀ ਆ, ਮਤਲਬ ਉਹ ਬਹੁਤ ਸਦੀਆਂ ਤੋਂ ਉੱਥੇ ਰਹਿ ਰਹੀਆਂ, ਉਹਨਾਂ ਦਾ ਕੀੜੀਆਂ ਦਾ ਉਹੀ ਘਰ ਆ, ਯੂਨੀਵਰਸ ਦਾ ਕੀੜੀਆਂ ਦਾ ਉਹ। ਤੇ ਤੁਸੀਂ ਉਹ ਕ੍ਰਿਸਟਲ ਜਿਹੜਾ ਆ, ਬਾਲ ਜਿਹੜੀ ਆ, ਉਹ ਟੇਬਲ ਤੇ ਸੁੱਟਤੀ ਤਾਂ ਸ਼ੈਟਰ ਹੋ ਗਈ ਪੂਰੀ ਟੇਬਲ ਦੇ ਉੱਪਰ। ਤੇ ਕੀੜੀਆਂ ਨੇ ਦੇਖਣਾ ਕਿ ਉੱਪਰੋਂ ਕੋਈ ਚੀਜ਼ ਡਿੱਗੀ ਆ, ਬਟ ਕੀੜੀਆਂ ਵਾਸਤੇ ਉਹ ਕ੍ਰਿਸਟਲ ਜਿਹੜੇ ਆ, ਕੀੜੀਆਂ ਕਹੂਗੀ ਕਿ ਆਪਾਂ ਜੋੜ ਕੇ ਦੇਖਦੇ ਆ ਕ੍ਰਿਸਟਲ ਨੂੰ ਟੁੱਟੇ ਨੂੰ, ਕੀ ਪਤਾ ਕੋਈ ਪਾਵਰਫੁਲ ਮਿਲ ਜੇ, ਕੁਝ ਮਿਲ ਜੇ। ਕੀੜੀਆਂ ਜਿੰਨਾ ਮਰਜ਼ੀ ਟਰਾਈ ਕਰ ਲੈਣ, ਕੀੜੀਆਂ ਉਹ ਕ੍ਰਿਸਟਲ ਨੂੰ ਜੋੜ ਹੀ ਨਹੀਂ ਪਾਉਗੀ, ਕਿਉਂਕਿ ਕੀੜੀਆਂ ਵਾਸਤੇ ਹਾਈਟ ਐਗਜ਼ਿਸਟ ਹੀ ਨਹੀਂ ਕਰਦੀ, ਤੇ ਕੀੜੀਆਂ ਦਾ ਦਿਮਾਗ ਇੰਨਾ ਕੰਮ ਹੀ ਨਹੀਂ ਕਰੂਗਾ ਕਿ ਉਹਨੂੰ ਚੱਕ ਕੇ ਉੱਪਰ ਰੱਖ ਲੈਣ। ਬਟ ਫਿਰ ਉਹ ਸੋਚਦੀਆਂ ਕਿ ਯਾਰ ਕੀ ਪਤਾ ਕੋਈ ਇਦਾਂ ਦੀ ਡਾਈਮੈਂਸ਼ਨ ਹੋਵੇ ਜਿਹੜੀਆਂ ਆਪਾਂ ਨੂੰ ਪਤਾ ਹੀ ਨਹੀਂ ਕਿ ਜੇ ਆਪਾਂ ਉਹ ਡਾਈਮੈਂਸ਼ਨ ਦੇ ਵਿੱਚ ਵੜ ਕੇ ਆ ਚੀਜ਼ ਨੂੰ ਫਿਕਸ ਕਰੀਏ ਤਾਂ ਫੇਰ ਹੀ ਜੁੜਨਾ ਹੋਵੇ ਕ੍ਰਿਸਟਲ। ਤੇ ਉਹਨਾਂ ਵਿੱਚੋਂ ਇੱਕ ਸਮਾਰਟ ਕੀੜੀ, ਕੋਈ ਐਲਬਰਟ ਆਇਨਸਟਾਈਨ ਵਰਗੀ ਆ, ਸਟੀਫਨ ਹਾਕਿੰਗ ਵਰਗੀ ਕੀੜੀ ਕੋਈ ਉੱਠਦੀ ਆ, ਤਾਂ ਉਹ ਕਹਿੰਦੀ ਆ ਕਿ ਹਾਂ ਬਾਈ ਮੈਂ ਚੱਕਦੀ ਆ। ਉਹ ਚੱਕ ਕੇ ਉਹਨੂੰ ਵਿੰਗਸ ਲਾ ਕੇ ਆਪਣੇ ਉੱਡ ਪੈਂਦੀ ਆ ਕੀੜੀ, ਤੇ ਮਾਰਬਲ ਪੂਰਾ ਕ੍ਰਿਸਟਲ ਬਾਲ ਵਾਪਸ ਬਣਾ ਦਿੰਦੀ ਆ। ਸੇਮ ਚੀਜ਼ ਆਪਾਂ ਵਰਕ ਕਰ ਸਕਦੇ ਹਾਂ ਆਪਣੇ ਯੂਨੀਵਰਸ ਦੇ ਵਿੱਚ। ਆਪਣੀਆਂ ਕਈ ਜਿਹੜੀਆਂ ਥਿਓਰੀਜ਼ ਆ, ਮਤਲਬ ਕਿ ਇਲੈਕਟ੍ਰੋਮੈਗਨੈਟਿਕ ਦੀ ਥਿਓਰੀ ਹੋ ਗਈ ਜਾਂ ਆਪਣੀ ਗ੍ਰੈਵੀਟੇਸ਼ਨਲ ਵੇਵ ਥਿਓਰੀ ਹੋ ਗਈ, ਇਹ ਆਪਸ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਲਿੰਕ ਨਹੀਂ ਕਰਦੀਆਂ। ਆਪਾਂ ਨੂੰ ਨੀਡ ਹੀ ਤਾਂ ਪਈ ਕਿ ਆਪਾਂ ਨੂੰ ਸੋਚਿਆ ਕਿ ਯਾਰ ਕੋਈ ਓਬਵੀਅਸ ਜੀ ਗੱਲ ਆ, ਕੋਈ ਹਿਡਨ ਡਾਈਮੈਂਸ਼ਨਸ ਹੋਊਗੀਆਂ ਜਿਹੜੀਆਂ ਆਪਾਂ ਨੂੰ ਦਿਖ ਨਹੀਂ ਰਹੀਆਂ ਜਾਂ ਆਪਾਂ ਸੋਚ ਨਹੀਂ ਪਾ ਰਹੇ, ਜਿਹਦੇ ਅੰਦਰ ਵੜ ਕੇ ਆਹ ਪ੍ਰੋਪਰਲੀ ਆਪਣੀ ਸਾਰੀਆਂ ਥਿਊਰੀਜ਼ ਕੰਬਾਈਨ ਹੋ ਕੇ ਪ੍ਰੋਪਰਲੀ ਕੰਮ ਕਰ ਪੈਣ, ਇੱਕ ਪਰਫੈਕਟ ਯੂਨੀਵਰਸ ਬਣਾ ਪੈਣ। ਤਾਂ ਕਰਕੇ ਆਪਾਂ ਨੂੰ ਲੋੜ ਪਈ ਹੋਰ ਡਾਈਮੈਂਸ਼ਨਸ ਬਾਰੇ ਸੋਚਣ ਦੀ। ਹੁਣ ਮੂਵਿੰਗ ਔਨ ਬੈਕ ਔਨ ਟੂ ਫੋਰਥ ਡਾਈਮੈਂਸ਼ਨ ਦਾ ਬੈਸਟ ਤਰੀਕਾ ਸਮਝਾਉਣ ਦਾ ਐਗਜ਼ਾਮਪਲ ਤੁਹਾਨੂੰ ਮੈਂ ਦੇਖ ਸਕਦਾ ਹਾਂ ਕਿ ਇਮੇਜਿਨ ਕਰੋ ਕਿ ਤੁਸੀਂ ਬੈਠੇ ਹੋਏ ਆ, ਜਿੱਦਾਂ ਹੁਣ ਮੈਂ ਬੈਠਾ ਹੋਇਆ, ਮੇਰੇ ਸਾਹਮਣੇ ਇੱਕ ਡੈਸਕ ਆ, ਤੇ ਮੈਂ ਇਹ ਟੇਬਲ ਦੇ ਉੱਪਰ ਨਾ ਪੇਪਰ ਸਟੈਕ ਕਰਨੇ ਆ, ਤੇ ਇਹ ਡੈਸਕ ਦੇ ਉੱਪਰ ਮੈਂ ਇੱਕ ਕੀੜੀ ਰੱਖੀ ਹੋਈ ਹੈ, ਕੀੜੀ ਮੇਰੀ ਦੋਸਤ ਹੈ ਇੱਕ, ਤੇ ਮੈਂ ਉਹ ਕੀੜੀ ਨੂੰ ਕਿਹਾ ਕਿ ਤੂੰ ਪੇਪਰ ਸਟੈਕ ਕਰਨੇ ਆ ਪੂਰੇ ਡੈਸਕ ਦੇ ਉੱਪਰ। ਤੇ ਕੀੜੀ ਨੇ ਸ਼ੁਰੂ ਕਰਤੇ, ਕੀੜੀ ਨੇ ਉੱਧਰੋਂ ਸ਼ੁਰੂ ਕੀਤੇ, ਮਤਲਬ ਪੂਰਾ ਉਹਨੇ ਆਪਣਾ ਡੈਸਕ ਭਰਤਾ, ਪੇਪਰ ਪੂਰੇ ਸਟੈਕ ਹੋ ਗਏ। ਤੇ ਕੀੜੀ ਮੈਨੂੰ ਕਹਿੰਦੀ ਕਿ ਯਾਰ ਪੇਪਰ ਦੀ ਜਗ੍ਹਾ ਖਤਮ ਹੋ ਗਈ ਆ, ਮੈਂ ਪੂਰੇ ਟੇਬਲ ਭਰ ਚੁੱਕੀ ਆ। ਤੇ ਮੈਂ ਕਿਹਾ ਨਹੀਂ ਟੇਬਲ ਤਾਂ ਖਾਲੀ ਜਗ੍ਹਾ ਹੈਗੀ ਆ। ਕੀੜੀ ਕਹਿੰਦੀ ਮੈਨੂੰ ਦੇਖ ਨਹੀਂ ਰਹੀ, ਕਿਉਂਕਿ ਕੀੜੀ ਰਹੀ 2D ਦੇ ਵਿੱਚ ਰਹੀ, ਉਹਨੂੰ ਹਾਈਟ ਦਾ ਕਨਸੈਪਟ ਨਹੀਂ ਪਤਾ, ਤੁਹਾਨੂੰ ਨਹੀਂ ਦਿਖ ਰਹੀ। ਮੈਂ ਇੱਕ ਪੇਪਰ ਚੱਕ ਕੇ ਦੂਸਰੇ ਪੇਪਰ ਦੇ ਉੱਪਰ ਰੱਖਤਾ। ਤੇ ਕੀੜੀ ਵਾਸਤੇ ਕੀ ਹੋਇਆ, ਕੀੜੀ ਹੈਰਾਨ ਹੋ ਗਈ ਕਿ ਪੇਪਰ ਕਿੱਥੇ ਗਾਇਬ ਹੋ ਗਿਆ, ਕਿਉਂਕਿ ਕੀੜੀ ਨੂੰ ਨਹੀਂ ਪਤਾ ਕਿ ਹਾਈਟ ਉੱਪਰ ਆ, ਕੀੜੀ ਉੱਪਰ ਨਹੀਂ ਦੇਖ ਸਕਦੀ, ਉਹਦੇ ਵਾਸਤੇ ਉਹ ਡਾਈਮੈਂਸ਼ਨ ਹੈ ਹੀ ਨਹੀਂ ਗੀ। ਤੇ ਕੀੜੀ ਵਾਸਤੇ ਉਹ ਪੇਪਰ ਗਾਇਬ ਹੋ ਗਿਆ। ਬਟ ਹੁਣ ਕੀੜੀ ਜਦੋਂ ਮੰਗੂਗੀ, ਮੈਂ ਪੇਪਰ ਉੱਪਰੋਂ ਚੱਕ ਕੇ ਥੱਲੇ ਰੱਖ ਦੂੰਗਾ ਤੇ ਕੀੜੀ ਵਾਸਤੇ ਪੇਪਰ ਵਾਪਸ ਆ ਜਾਣਾ, ਤੇ ਕੀੜੀ ਨੂੰ ਨਹੀਂ ਪਤਾ ਪੇਪਰ ਕਿੱਥੇ ਗਿਆ। ਬਟ ਮੇਰੇ ਵਾਸਤੇ ਓਬਵੀਅਸ ਜੀ ਗੱਲ ਆ ਕਿ ਮੈਂ ਚੱਕ ਕੇ ਉਹ ਆਪਣੀ ਥਰਡ ਡਾਈਮੈਂਸ਼ਨ ਜਿਹੜੀ ਕਿ ਹਾਈਟ ਆ, ਮੈਂ ਉਹਦੇ ਵਿੱਚ ਮੂਵ ਕਰਤਾ। ਹੁਣ ਸਿਮਿਲਰਲੀ ਇਮੇਜਿਨ ਕਰੋ ਕਿ ਮੈਂ ਆ ਜਿਹੜਾ ਰੂਮ ਦੇ ਵਿੱਚ ਬੈਠਾ ਆ, ਇਹ ਰੂਮ ਨੂੰ ਮੈਂ ਡੱਬਿਆਂ ਦੇ ਨਾਲ ਭਰਨਾ, ਬਾਕਸਿਸ ਦੇ ਨਾਲ ਭਰਨਾ। ਮੈਂ ਉਧਰੋਂ ਸ਼ੁਰੂ ਕੀਤਾ ਇੱਕ ਕਾਰਨਰ ਤੋਂ, ਮੈਂ ਪੂਰਾ ਰੂਮ ਭਰਤਾ ਆਪਣਾ ਡੱਬਿਆਂ ਦੇ ਨਾਲ। ਤੇ ਫਿਰ ਮੈਂ ਕਿਹਾ ਯਾਰ ਹੁਣ ਜਗ੍ਹਾ ਖਤਮ ਹੋ ਗਈ ਆ। ਮੈਨੂੰ ਇੱਕ 4D ਉੱਪਰੋਂ ਬੀਇੰਗ ਦੀ ਆਵਾਜ਼ ਆਉਂਦੀ ਹੈ, ਕਹਿੰਦਾ ਕੀ ਗੱਲ ਆ, ਜਗ੍ਹਾ ਇੱਕ ਹੋਰ ਡਾਈਮੈਂਸ਼ਨ ਨਾ, ਸਾਰਾ ਕੁਝ 4th ਡਾਈਮੈਂਸ਼ਨ ਚ ਪਾ ਦੇ। ਮੈਂ ਕਿਹਾ ਯਾਰ ਮੈਨੂੰ ਤਾਂ ਦਿਖ ਨਹੀਂ ਰਹੀ 4th ਡਾਈਮੈਂਸ਼ਨ, ਤਾਂ ਕੁਝ ਹੈ ਹੀ ਨਹੀਂ ਗੀ। ਉਹਨੇ ਆਪਣਾ ਹੱਥ ਪਾਇਆ, ਡੱਬਾ ਚੱਕ ਕੇ 4th ਡਾਈਮੈਂਸ਼ਨ ਚ ਮੂਵ ਕਰਤਾ। ਮੇਰੇ ਵਾਸਤੇ ਕੀ ਹੋਇਆ, ਉਹ ਡੱਬਾ ਗਾਇਬ ਹੋ ਗਿਆ ਇੱਥੋਂ। ਹੁਣ ਉਹਦੇ ਵਾਸਤੇ ਕੀ ਹੋਇਆ, ਉਹ ਡੱਬਾ ਸਿਰਫ ਉਹਨੇ ਆਪਣੇ ਵੱਲੋਂ 3rd ਮੇਰੀ ਡਾਈਮੈਂਸ਼ਨ ਚੋਂ ਚੱਕ ਕੇ ਆਪਣੀ 4th ਡਾਈਮੈਂਸ਼ਨ ਦੇ ਵਿੱਚ ਰੱਖਿਆ ਬਸ। ਬਟ ਮੇਰੇ ਵਾਸਤੇ ਉਹ ਡਾਈਮੈਂਸ਼ਨ ਐਗਜ਼ਿਸਟ ਹੀ ਨਹੀਂ ਕਰ ਰਹੀ, ਤੇ ਮੈਂ ਇਮੇਜਿਨ ਹੀ ਨਹੀਂ ਕਰ ਪਾਊਂਗਾ ਕਿ ਉਹਨੇ ਕਿੱਧਰ ਨੂੰ ਡੱਬਾ ਕੱਢ ਕੇ ਰੱਖਤਾ। ਸਿਮਿਲਰਲੀ ਆਪਣਾ ਦਿਮਾਗ ਨਹੀਂ ਪ੍ਰੋਸੈਸ ਕਰ ਪਾਊਗਾ ਇਹ ਚੀਜ਼ ਕਿ 4th ਡਾਈਮੈਂਸ਼ਨ ਕਿੱਦਾਂ ਦੀ ਲੱਗਦੀ ਆ, ਕੀ ਹੋ ਸਕਦਾ ਉਹਦੇ ਵਿੱਚ। ਆਪਣਾ ਇਵੋਲਵ ਹੀ ਨਹੀਂ ਹੋਇਆ ਦਿਮਾਗ ਉਸ ਬਾਰੇ, ਤੇ ਮਤਲਬ ਕਿ ਥੋੜਾ ਮਿਸਟਰੀ ਹੀ ਆ ਇਹ ਚੀਜ਼ ਹਲੇ, ਇਸ ਕਰਕੇ। ਹੁਣ ਆਪਾਂ ਨੂੰ ਇੱਥੇ ਮੈਂ ਤੁਹਾਨੂੰ ਸਮਝਾਉਣਾ ਹੈ ਕਿ ਜੇ ਕੋਈ ਬੰਦਾ ਆ ਜਾਂ ਕੋਈ ਵੀ ਕ੍ਰੀਚਰ ਆ ਜਿਹੜਾ 4th ਡਾਈਮੈਂਸ਼ਨ ਦੇ ਵਿੱਚ ਰਹਿ ਰਿਹਾ ਹੈ, ਤੇ ਉਹਦੇ ਕੋਲ ਇੱਕ ਅਲੱਗ ਪਾਵਰਸ ਹੋਊਗੀਆਂ, ਕੁਛ ਆਪਣੇ ਤੋਂ ਅਲੱਗ ਪਾਵਰਸ ਹੋਊਗੀਆਂ। ਮੰਨ ਲਓ ਕਿ ਉਹ ਬੰਦਾ ਆ, ਇਸ ਵਕਤ ਜਗ੍ਹਾ 'ਤੇ ਉਹ ਰਹਿ ਰਿਹਾ ਹੈ, ਅਤੇ ਉਹਦਾ ਪੁਆਇੰਟ ਆ, ਪੁਆਇੰਟ A, ਅਤੇ ਇਹ ਉਹਦੀ ਲਾਈਫ ਆ ਇੱਥੇ ਇਸ ਵਕਤ ਪੁਆਇੰਟ A 'ਤੇ ਉਹਦੀ ਲਾਈਫ। ਅਤੇ ਜਿਹੜਾ ਆਪਾਂ ਨੂੰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਚਾਹੁੰਦਾ ਹਾਂ, ਦੱਸਣ ਤੋਂ ਪਹਿਲਾਂ, ਕਿ ਆਪਾਂ ਨੂੰ ਇਹ ਧਿਆਨ ਦੇਣਾ ਪੈਣਾ ਕਿ ਟਾਈਮ ਇਜ਼ ਰਿਲੇਟਿਵ। ਆਇਨਸਟਾਈਨ ਨੇ ਥਿਓਰੀ ਆਫ ਰਿਲੇਟਿਵਿਟੀ ਦੇ ਨਾਲ ਆਪਾਂ ਨੂੰ ਦੱਸ ਦਿੱਤੀ ਆ ਚੀਜ਼ ਕਿ ਟਾਈਮ ਪਰਸਪੈਕਟਿਵ 'ਤੇ ਡਿਪੈਂਡ ਕਰਦਾ ਹੈ ਕਿ ਬੰਦਾ ਕਿੱਥੇ ਬੈਠਾ ਹੈ ਅਤੇ ਕਿਸ ਚੀਜ਼ ਦੇ ਨਾਲ ਟਾਈਮ ਦੇਖ ਰਿਹਾ। ਮੈਂ ਤੁਹਾਨੂੰ ਅਗਲੀ ਵੀਡੀਓ ਆਪਣੀ ਥਿਓਰੀ ਆਫ ਰਿਲੇਟਿਵਿਟੀ ਦੇ ਵਿੱਚ ਸਮਝਾਊਂਗਾ। ਬਟ ਹਾਲੇ ਵਾਸਤੇ ਇੰਨਾ ਦੇਖ ਲਓ ਕਿ ਟਾਈਮ ਇਜ਼ ਬੇਸਿਕਲੀ ਐਨ ਇਲੂਜ਼ਨ। ਉਹ ਐਗਜ਼ਿਸਟ ਕਰਦਾ ਆ ਬੰਦੇ ਦੇ ਹਿਸਾਬ ਦੇ ਨਾਲ, ਬੰਦਾ ਕਿੱਥੇ ਬੈਠਾ, ਕਿਸ ਪਰਸਪੈਕਟਿਵ ਨਾਲ ਟਾਈਮ ਦੇਖ ਰਿਹਾ ਹੈ। ਅਤੇ ਫਿਰ ਜਦੋਂ ਬੰਦਾ 4th ਡਾਈਮੈਂਸ਼ਨ ਦੇ ਵਿੱਚ ਪਹੁੰਚ ਜਾਂਦਾ, ਉਹਦੇ ਕੋਲ ਇੱਕ ਐਬਿਲਿਟੀ ਆ ਜਾਂਦੀ ਹੈ ਕਿ ਉਹ ਆਪਣੀ ਟਾਈਮ ਲਾਈਨ ਚੇਂਜ ਕਰ ਸਕਦਾ। ਸਪੋਜ਼ ਕਰੋ ਇੱਕ ਬੰਦਾ ਆ, ਉਹਦੀ ਲਾਈਫ ਆ A, ਉਹਨੇ ਆਪਣੀ ਲਾਈਫ ਦੀ ਕਿਸੇ ਇਸ ਪੁਆਇੰਟ 'ਤੇ ਜਾ ਕੇ B ਪੁਆਇੰਟ 'ਤੇ ਜਾ ਕੇ ਉਹਨੇ ਡਿਸੀਜ਼ਨ ਲਿਆ ਕਿ ਮੈਂ ਇੱਕ ਗੱਡੀ ਖਰੀਦਣੀ ਆ। ਹੁਣ ਜਦੋਂ ਗੱਡੀ ਖਰੀਦੂਗਾ, ਅਗਲੀ ਡਾਈਮੈਂਸ਼ਨਸ ਦੇ ਵਿੱਚ, ਮਤਲਬ ਹਾਇਰ ਡਾਈਮੈਂਸ਼ਨਸ ਦੇ ਵਿੱਚ, ਇੱਥੇ
ਦੋ ਯੂਨੀਵਰਸ ਬਣ ਜੂਗੇ, ਸੌਰੀ 3 ਨਹੀਂ 2। ਇੱਕ ਦੇ ਵਿੱਚ ਉਹ ਗੱਡੀ ਖਰੀਦ ਲੂਗਾ ਤੇ ਇੱਕ ਦੇ ਵਿੱਚ ਉਹ ਗੱਡੀ ਨਹੀਂ ਖਰੀਦੂਗਾ। ਇਹਦੇ ਵਿੱਚ ਉਹਨੇ ਗੱਡੀ ਖਰੀਦ ਲਈ ਆ, ਇਹਦੇ ਵਿੱਚ ਉਹਨੇ ਗੱਡੀ ਨਹੀਂ ਖਰੀਦੀ। ਬਟ 4th ਡਿਮੈਂਸ਼ਨ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ। 4th ਡਿਮੈਂਸ਼ਨ ਦੇ ਵਿੱਚ ਪੈਰਲਲ ਯੂਨੀਵਰਸ ਨਹੀਂ ਬਣਦੇ। ਸੋ ਬੇਸਿਕਲੀ ਜਦੋਂ ਬੰਦੇ ਨੇ ਡਿਸੀਜਨ ਲਿਆ ਗੱਡੀ ਲਊਗਾ ਉਹ, ਤਾਂ ਉਹਦੀ ਲਾਈਫ ਇੱਕੋ ਹੀ ਟਾਈਮਲਾਈਨ ਦੇ ਵਿੱਚ ਚੱਲੂਗੀ, ਮਤਲਬ ਸਟ੍ਰੇਟ ਹੀ ਚੱਲੂਗੀ। ਬਟ 4th ਦੀ ਬੀਇੰਗ ਦੇ ਵਿੱਚ ਜਿਹੜਾ ਬੰਦਾ ਹੋਊਗਾ ਉਹਦੇ ਕੋਲ ਇਹ ਪਾਵਰ ਹੋਊਗੀ ਕਿ ਜੇ ਉਹ ਆਪਣੀ ਪੁਆਇੰਟ ਲਾਈਫ ਆਫ ਕਿਸੇ ਵੀ ਪੁਆਇੰਟ 'ਤੇ ਸੀ 'ਤੇ ਪਹੁੰਚ ਗਿਆ। ਜਦੋਂ ਹੁਣ ਆਪਾਂ ਮੰਨ ਲਓ ਕਿ ਆਪਾਂ 3D ਦੇ ਵਿੱਚ ਰਹਿ ਰਹੇ ਹਾਂ, ਮੈਂ B 'ਤੇ ਜਾ ਕੇ ਗੱਡੀ ਲੈ ਲਈ ਅਤੇ ਮੈਂ ਸੀ 'ਤੇ ਪਹੁੰਚ ਗਿਆ, ਆਪਣੀ ਪੁਆਇੰਟ 'ਤੇ ਆਪਣੀ ਅੱਗੇ ਥੋੜ੍ਹਾ ਪਹੁੰਚ ਗਿਆ 6 ਮਹੀਨੇ ਅੱਗੇ, ਅਤੇ ਮੈਂ 6 ਮਹੀਨੇ ਪਿੱਛੇ ਜਾ ਕੇ ਗੱਡੀ ਵਾਪਸ ਖਰੀਦਣ ਨਾ ਖਰੀਦਣ ਦਾ ਡਿਸੀਜ਼ਨ ਨਹੀਂ ਕਰ ਸਕਦਾ। ਮੈਨੂੰ ਹੁਣ ਉਹ ਆਪਣੀ ਟਾਈਮਲਾਈਨ ਮੈਂ ਫੋਰਸ ਹਾਂ ਕਿ ਮੈਂ ਸਿਰਫ ਅੱਗੇ ਹੀ ਚੱਲੂਗੀ, ਮੈਂ ਪਿੱਛੇ ਨਹੀਂ ਜਾ ਸਕਦਾ। ਬਟ 4D ਬੀਇੰਗ ਜਿਹੜਾ ਆ ਉਹ ਸੀ ਪੁਆਇੰਟ 'ਤੇ ਜਾ ਕੇ ਵੀ ਵਾਪਸ ਆ ਸਕਦਾ ਆ B ਪੁਆਇੰਟ 'ਤੇ, ਅਤੇ ਉੱਥੋਂ ਆਪਣਾ ਡਿਸੀਜ਼ਨ ਚੇਂਜ ਕਰ ਸਕਦਾ ਆ। ਕਿ ਮੰਨ ਲਓ ਜੇ ਉਹਨੇ A ਪੁਆਇੰਟ 'ਤੇ ਗੱਡੀ ਲੈ ਲਈ ਅਤੇ B ਪੁਆਇੰਟ 'ਤੇ ਜਾ ਕੇ B ਪੁਆਇੰਟ 'ਤੇ ਉਹਨੇ ਗੱਡੀ ਲੈ ਲਈ ਅਤੇ C ਪੁਆਇੰਟ 'ਤੇ ਉਹਨੇ ਜਾ ਕੇ ਸੋਚਿਆ ਕਿ ਨਹੀਂ ਯਾਰ ਮੈਨੂੰ ਗੱਡੀ ਨਹੀਂ ਪਸੰਦ, ਮੈਂ ਪਿੱਛੇ ਜਾਣਾ, ਮੈਂ ਗੱਡੀ ਵਾਪਸ ਨਹੀਂ, ਮੈਨੂੰ ਨਹੀਂ ਲੈਣੀ ਗੱਡੀ। ਉਹ B ਪੁਆਇੰਟ 'ਤੇ ਵਾਪਸ ਆ ਸਕਦਾ ਹੈ ਜਿੱਥੇ ਉਹਨੇ ਡਿਸੀਜ਼ਨ ਲਿਆ ਸੀਗਾ ਕਿ ਗੱਡੀ ਲੈਣ ਦਾ, ਅਤੇ ਉੱਥੇ ਆ ਕੇ ਉਹ ਆਪਣਾ ਡਿਸੀਜ਼ਨ ਡਿਲੀਟ ਕਰ ਸਕਦੀ ਕਿ ਮੈਂ ਗੱਡੀ ਨਹੀਂ ਲੈਣੀ। ਬਟ ਪੈਰਲਲ ਯੂਨੀਵਰਸ ਨਹੀਂ ਬਣੂਗਾ। ਮੈਂ ਤੁਹਾਨੂੰ ਅੱਗੇ ਸਮਝਾਉਣਾ ਹੈ ਕਿ 5th ਦੀ ਜਿਹੜਾ ਬੀਇੰਗ ਹੋਊਗਾ ਉਹਦੇ ਕੋਲ 4D ਤੋਂ ਉੱਪਰਲੀ ਪਾਵਰ ਵੀ ਕਿੱਦਾਂ ਆ ਸਕਦੀ ਹੈ ਜੀ। ਤੇ ਆਪਣਾ ਹੁਣ ਅਗਲਾ ਕੁਐਸਚਨ ਜਿਹੜਾ ਬਣਦਾ ਜੀ ਉਹ ਇਹੀ ਬਣਦਾ ਹੈ ਕਿ ਫਿਰ ਡਾਇਮੈਂਸ਼ਨਸ ਹੈ ਕਿੰਨੀਆਂ, ਟੋਟਲ ਕਿੰਨੀਆਂ ਡਾਇਮੈਂਸ਼ਨਸ ਹੋਣਗੀਆਂ। ਇਹਦਾ ਜਵਾਬ ਹੱਲੇ ਕਿ ਬਹੁਤ ਸਾਰੀਆਂ ਥਿਊਰੀਜ਼ ਨੇ ਦੇਣ ਦੀ ਟਰਾਈ ਕੀਤੀ ਹੈ, ਅਤੇ ਡਿਫਰੈਂਟ ਥਿਊਰੀਜ਼ ਕਹਿੰਦੀਆਂ ਕਿ ਡਿਫਰੈਂਟ ਤਰ੍ਹਾਂ ਦੀਆਂ ਡਾਇਮੈਂਸ਼ਨਸ ਹੋਣਗੀਆਂ। ਉਹਨਾਂ ਵਿੱਚੋਂ ਇੱਕ ਥਿਊਰੀ ਆਪਣੀ ਸਟ੍ਰਿੰਗ ਥਿਊਰੀ। ਸਟ੍ਰਿੰਗ ਥਿਊਰੀ ਜਿਹੜੀ ਕਿ ਆਪਾਂ ਬਿਲੀਵ ਕਰਦੇ ਹਾਂ ਕਿ ਮੋਸਟ ਐਕੂਰੇਟ ਥਿਊਰੀ ਆ ਹਾਲੇ ਤੱਕ ਦੀ, ਜਿਹੜੀ ਕਿ ਐਕਸਪਲੇਨ ਕਰ ਪਾਈ ਹੈ ਡਾਇਮੈਂਸ਼ਨਸ ਬਾਰੇ। ਉਹਦੇ ਬਾਰੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਟ੍ਰਿੰਗ ਥਿਊਰੀ ਦੇ ਬਾਰੇ। ਤੇ ਬਟ ਦੂਸਰੀ ਇੱਕ ਹੁੰਦੀ ਆ ਐਮ ਥਿਊਰੀ। ਇੱਕ ਸਟ੍ਰਿੰਗ ਥਿਊਰੀ ਆ, ਇੱਕ ਐਮ ਥਿਊਰੀ ਆ, ਇੱਕ ਹੋਰ ਆ ਬੋਸੋਨਿਕ ਸਟ੍ਰਿੰਗ ਥਿਊਰੀ। ਜਿਹੜੀ ਐਮ ਥਿਊਰੀ ਆ ਉਹ ਕਹਿੰਦੀ ਆ 12 ਡਾਇਮੈਂਸ਼ਨਸ ਆ, ਬਟ ਜਿਹੜੀ ਬੋਸੋਨਿਕ ਸਟ੍ਰਿੰਗ ਥਿਊਰੀ ਆ ਉਹ ਕਹਿੰਦੀ ਆ ਕਿ 26 ਡਾਇਮੈਂਸ਼ਨਸ ਆ ਜਿਹਦੇ ਅੰਡਰ ਆਪਾਂ ਵਰਕ ਕਰਦੇ ਆ। ਹੁਣ ਆ ਥਿਊਰੀਜ਼ ਬਾਰੇ ਆਪਾਂ ਕਿਸੇ ਹੋਰ ਵੀਡੀਓ 'ਚ ਗੱਲ ਕਰਦੇ ਆ। ਬਟ ਜਿਹੜਾ ਅਗਲਾ ਡਾਇਮੈਂਸ਼ਨ ਆ ਜਾਂਦੀ ਆ 5th ਡਾਇਮੈਂਸ਼ਨ, ਉਹਦੇ ਵਿੱਚ ਜਿਹੜਾ ਕੋਈ ਬੀਇੰਗ ਰਹਿ ਰਿਹਾ ਹੈ ਉਹਦੇ ਕੋਲੇ ਕੀ ਪਾਵਰਸ ਹੋਊਗੀਆਂ। ਜਿਹੜਾ ਮੈਂ ਤੁਹਾਨੂੰ 4D ਹੁਣੇ ਬੀਇੰਗ ਦਿਖਾਇਆ ਉਹਦੀਆਂ ਪਾਵਰਸ ਦਿਖਾਈਆਂ, ਉਹਦੇ ਤੋਂ ਕੀ ਅਲੱਗ ਹੋਊਗਾ ਇਹਦੀ ਪਾਵਰਸ ਦੇ ਕੋਲੇ। ਸੋ ਸਿਮਿਲਰਲੀ ਆਪਾਂ ਉਹੀ ਐਗਜ਼ਾਮਪਲ ਲੈਂਦੇ ਹਾਂ ਕਿ ਮੈਂ ਗੱਡੀ ਲੈਣ ਦਾ ਡਿਸੀਜਨ ਕੀਤਾ, ਬਟ ਹੁਣ ਸੀਨ ਕੀ ਪਊਗਾ 5D ਬੀਇੰਗ ਦੇ ਵਿੱਚ, ਜਦੋਂ ਡਿਸੀਜਨ ਮੇਕ ਕਰੂਗਾ ਕਿ ਮੈਂ ਗੱਡੀ ਲੈਣੀ ਆ ਬਈ, ਤਾਂ ਉਹਦੇ ਵਾਸਤੇ 2 ਡਿਫਰੈਂਟ ਯੂਨੀਵਰਸ ਬਣ ਜੂਗੇ। 4th ਦੇ ਵਿੱਚ ਨਹੀਂ ਬਣਦੇ। ਸੋ ਉਹਦੇ ਵਿੱਚ ਤੁਹਾਨੂੰ ਡਿਸੀਜਨ ਲੈ ਕੇ ਜੇ ਤੁਸੀਂ ਚੇਂਜ ਵੀ ਕਰਨਾ, ਤੁਹਾਨੂੰ ਵਾਪਸ ਆ ਕੇ ਦੂਜਾ ਡਿਲੀਟ ਹੋ ਜਾਂਦਾ ਸੀ, ਤੁਹਾਨੂੰ ਰੀਸਟਾਰਟ ਕਰਨਾ ਪੈਂਦਾ ਸੀ ਉਹ ਤੋਂ ਸਾਰਾ ਕੁਝ। ਬਟ ਜਿਹੜਾ ਆਹ ਡਾਇਮੈਂਸ਼ਨ ਆ 5th ਡਾਇਮੈਂਸ਼ਨ, ਇਹਦੇ ਵਿੱਚ 2 ਡਿਫਰੈਂਟ ਯੂਨੀਵਰਸ ਬਣ ਜੂਗੇ। ਇੱਕ ਦੇ ਵਿੱਚ ਤੁਸੀਂ ਗੱਡੀ ਲੈ ਲਓਗੇ, ਇੱਕ ਦੇ ਵਿੱਚ ਤੁਸੀਂ ਨਹੀਂ ਲਓਗੇ। ਹੁਣ ਬਾਈ ਚਾਂਸ ਮੈਂ ਗੱਡੀ ਲੈ ਲਈ ਹੈ ਅਤੇ ਮੈਂ ਅੱਜ ਤੋਂ 6-7 ਮਹੀਨੇ ਅੱਗੇ ਜਾ ਕੇ ਡਿਸੀਜਨ ਮੈਂ ਸੋਚਦਾ ਕਿ ਯਾਰ ਮੈਂ ਇੱਕ ਵਾਰੀ ਉਹ ਵੀ ਜ਼ਿੰਦਗੀ ਇੱਕ ਵਾਰੀ ਦੇਖਣੀ ਚਾਹੁੰਦਾ ਹਾਂ ਕਿ ਜਿਹਦੇ ਵਿੱਚ ਮੈਂ ਗੱਡੀ ਨਹੀਂ ਲਈ, ਅਤੇ ਮੈਨੂੰ ਵਾਪਸ ਟਰੈਵਲ ਕਰਕੇ ਉਸ ਟਾਈਮਲਾਈਨ 'ਤੇ ਆਉਣਾ ਪਊਗਾ ਜਦੋਂ ਮੈਂ ਗੱਡੀ ਲੈਣ ਦਾ ਡਿਸੀਜਨ ਮੇਕ ਕੀਤਾ ਸੀਗਾ, ਅਤੇ ਉੱਥੋਂ ਮੈਂ ਉਹ ਦੂਜੀ ਟਾਈਮਲਾਈਨ ਚੂਜ਼ ਕਰ ਸਕਦਾ ਜਿਹਦੇ ਵਿੱਚ ਮੈਂ ਗੱਡੀ ਨਹੀਂ ਲਈ, ਅਤੇ ਉਹ ਮੈਂ ਦੇਖ ਸਕਦਾ। ਤਾਂ ਉਹਦੇ ਨਾਲ ਮੇਰੀ ਇਹ ਜਿਹੜੀ ਗੱਡੀ ਲੈਣ ਵਾਲੀ ਟਾਈਮਲਾਈਨ ਇਹ ਡਿਲੀਟ ਨਹੀਂ ਹੋਊਗੀ, ਇਹ ਚੱਲਦੀ ਰਹੂਗੀ। ਮੈਂ ਕਿਸੇ ਵੀ ਟਾਈਮ ਆ ਕੇ ਵਾਪਸ ਇਹਦੇ ਵਿੱਚ ਆ ਸਕਦਾ ਹਾਂ, ਬਟ ਮੈਂ ਸਵਿਚ ਨਹੀਂ ਕਰ ਸਕਦਾ ਕਿ ਮਤਲਬ ਜਿਵੇਂ ਹੁਣੇ 5th ਡਾਇਮੈਂਸ਼ਨ ਦੇ ਵਿੱਚ 6 ਮਹੀਨੇ ਬਾਅਦ ਜਾ ਕੇ ਮੈਂ ਸੋਚਦਾ ਕਿ ਮੈਂ ਉਹ ਵਾਲੀ ਟਾਈਮਲਾਈਨ ਜਾਣਾ ਦੇ ਵਿੱਚ ਮੈਂ ਗੱਡੀ ਨਹੀਂ ਲਈ, ਮੈਂ ਜੰਪ ਨਹੀਂ ਕਰ ਸਕਦਾ ਟਾਈਮਲਾਈਨ। ਮੈਨੂੰ ਵਾਪਸ ਆਉਣਾ ਪੈਣਾ ਡਿਸੀਜਨ ਦੇ ਨਾਲ ਜਗ੍ਹਾ 'ਤੇ, ਉੱਥੋਂ ਟਾਈਮਲਾਈਨ ਚੇਂਜ ਕਰਨੀ ਪੈਣੀ ਹੈ ਦੂਸਰੀ ਯੂਨੀਵਰਸ ਦੀ। ਇਹ ਸੀਨ ਹੁੰਦਾ ਬੇਸਿਕਲੀ 5th ਡਾਇਮੈਂਸ਼ਨ ਦੇ ਵਿੱਚ। ਹੁਣ ਜੇ ਆਪਾਂ ਮੂਵ ਕਰ ਜਾਈਏ 6th ਡਾਇਮੈਂਸ਼ਨ ਦੇ ਵਿੱਚ, 6th ਡਾਇਮੈਂਸ਼ਨ ਦੇ ਵਿੱਚ ਜਾ ਕੇ ਤੁਹਾਡੇ ਕੋਲ ਇੱਦਾਂ ਦੀਆਂ ਪਾਵਰਸ ਆ ਜਾਊਗੀਆਂ ਕਿ ਤੁਸੀਂ ਕਿਤੋਂ ਵੀ ਕਿਸੇ ਵੀ ਟਾਈਮ ਕਿਸੇ ਵੀ ਆਪਣੇ ਯੂਨੀਵਰਸ ਦੇ ਵਿੱਚ ਸਕਿਪ ਕਰ ਸਕਦੇ ਆ, ਮਤਲਬ ਛਾਲ ਮਾਰ ਸਕਦੇ ਆ। ਬਟ ਤੁਸੀਂ ਆਪਣੇ ਉਹਦੇ ਨਾਲ ਹਰੇਕ ਆਪਣੇ ਯੂਨੀਵਰਸ ਦੀ ਟਾਈਮਲਾਈਨ ਵੀ ਚੈੱਕ ਕਰ ਸਕਦੇ ਆ ਕਿ ਮਤਲਬ ਪਾਸਟ, ਪ੍ਰੈਜ਼ੈਂਟ, ਫਿਊਚਰ ਜਿੰਨੀਆਂ ਵੀ ਤੁਹਾਡੀਆਂ ਟਾਈਮਲਾਈਨਸ ਆ ਤੁਸੀਂ ਉਹ ਵੀ ਦੇਖ ਸਕਦੇ ਆ। ਬਟ ਕੰਡੀਸ਼ਨ ਉਹਦੀ ਇਹ ਆ ਕਿ ਜਿਹੜੀ ਤੁਹਾਡਾ ਯੂਨੀਵਰਸ ਆ ਉਹਦੀ ਬਿਗਿਨਿੰਗ ਸੇਮ ਹੋਣੀ ਚਾਹੀਦੀ ਆ। ਮਤਲਬ ਕਿ ਸਪੋਜ਼ ਕਰੋ ਕਿ ਜੇ ਆਪਣਾ ਯੂਨੀਵਰਸ ਬਿਗ ਬੈਂਗ ਦੇ ਨਾਲ ਸਟਾਰਟ ਹੋਇਆ ਤੇ ਤੁਸੀਂ ਜਿੰਨੀਆਂ ਵੀ ਟਾਈਮਲਾਈਨਸ ਦੇਖ ਸਕਦੇ ਆ ਉਹ ਸਾਰੀਆਂ ਬਿਗ ਬੈਂਗ ਦੇ ਨਾਲ ਹੀ ਸਟਾਰਟ ਹੋਈਆਂ ਹੋਣਗੀਆਂ, ਕੋਈ ਡਿਫਰੈਂਟ ਤਰੀਕੇ ਦੇ ਨਾਲ ਉਹਨਾਂ ਦਾ ਯੂਨੀਵਰਸ ਕ੍ਰੀਏਟ ਨਹੀਂ ਹੋਇਆ ਹੋਊਗਾ। ਚੀਜ਼ ਉਹਦੀ ਵੀ ਦੇਖ ਲਓਗੇ, ਉਹ 6th ਡਾਇਮੈਂਸ਼ਨ ਦੇ ਵਿੱਚ ਨਹੀਂ ਹੈਗੀ ਤੁਹਾਡੇ ਕੋਲ। ਬਟ ਹਾਂ, ਤੁਸੀਂ ਅਨਲਾਈਕ 5th ਡਾਇਮੈਂਸ਼ਨ ਤੁਸੀਂ ਕਿਸੇ ਵੀ ਪੁਆਇੰਟ ਤੋਂ ਕਿਸੇ ਵੀ ਪੁਆਇੰਟ ਤੇ ਜੰਪ ਕਰ ਸਕਦੇ ਆ। ਮਤਲਬ
ਹੁਣ ਜੇ ਤੁਸੀਂ ਗੱਡੀ ਲੈਣ ਦਾ ਡਿਸੀਜਨ ਕੀਤਾ ਸੀਗਾ, ਹੁਣ ਤੁਸੀਂ ਅੱਗੇ ਜਾ ਕੇ ਸੋਚਿਆ ਕਿ ਮੈਂ ਉਹ ਵਾਲੀ ਜ਼ਿੰਦਗੀ ਦੇਖਣੀ ਚਾਹੁੰਦਾ, ਤੁਹਾਨੂੰ ਵਾਪਸ ਨਹੀਂ ਜਾਣਾ ਪਊਗਾ ਡਿਸੀਜਨ ਵਾਲੀ ਜਗ੍ਹਾ, ਤੁਸੀਂ ਉੱਥੋਂ ਜੰਪ ਕਰਕੇ ਸਿੱਧੀ ਉਹ ਵਾਲੀ ਟਾਈਮ ਲਾਈਨ 'ਚ ਜਾ ਸਕਦੇ ਆ। ਉਹ ਹੁੰਦੀ ਆਪਣੀ 60। ਹੁਣ 70 ਜਿਹੜੀ ਆ ਉਸ ਤੋਂ ਵੀ ਉੱਪਰਲੀ ਚੀਜ਼ ਆ ਜਾਂਦੀ ਹੈ। 70 ਦੇ ਵਿੱਚ ਤੁਹਾਡਾ ਕੋਈ ਵੀ ਯੂਨੀਵਰਸ ਦੀ ਬਿਗਿਨਿੰਗ ਹੋਵੇ, ਨੋ ਮੈਟਰ ਕਿ ਉਹ ਬਿਗ ਬੈਂਗ ਦੇ ਨਾਲ ਬਣਿਆ ਹੈ, ਕਿਸੇ ਹੋਰ ਤਰੀਕੇ ਦੇ ਨਾਲ ਕ੍ਰੀਏਸ਼ਨ ਹੋਈ ਆ ਉਹਦੀ, ਕੋਈ ਵੀ ਕੰਡੀਸ਼ਨ ਨਹੀਂ ਹੈਗੀ ਇਹਦੇ ਵਿੱਚ ਬੇਸਿਕਲੀ ਕਿ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਯੂਨੀਵਰਸ ਬਣਿਆ ਹੋਵੇ। ਤੁਸੀਂ ਆਪਣੀ ਟਾਈਮਲਾਈਨ ਦੇਖ ਸਕਦੇ ਆ ਤੇ ਤੁਸੀਂ ਆਪਣੀਆਂ ਇਨਫਿਨਿਟ ਫਾਰਮਸ ਬਣਾ ਸਕਦੇ ਆ, ਕਿ ਮਤਲਬ ਮੈਂ ਅਣਗਿਣਤ ਆਪਣੇ ਫਾਰਮ ਬਣਾ ਕੇ ਰੱਖ ਸਕਦਾ ਆ ਤੇ ਮੈਂ ਕਦੀ ਵੀ ਕਿਸੇ ਵੀ ਟਾਈਮਲਾਈਨ ਸਕਿਪ ਕਰ ਸਕਦਾ ਆ, ਤੇ ਕਿਸੇ ਵੀ ਯੂਨੀਵਰਸ ਦੀ ਬਿਗਿਨਿੰਗ ਹੋਈ ਹੋਵੇ ਆਈ ਕੈਨ ਲਿਟਰਲੀ ਜੰਪ ਔਨ ਟੂ ਦੈਟ। 7 ਦੇ ਵਿੱਚ ਇਹ ਹੁੰਦਾ। ਹੁਣ 8th ਪਲੇਨ ਜਿਹੜਾ ਆ ਉਹ ਫਿਜ਼ੀਕਲੀ ਐਗਜ਼ਿਸਟ ਨਹੀਂ ਕਰਦਾ, ਕਿ ਮਤਲਬ 8th ਪਲੇਨ ਜਿਹੜਾ ਬਲੀਵ ਕੀਤਾ ਜਾਂਦਾ ਹੈ ਕਿ ਉਹ ਇੱਕ ਇਨਫੋਰਮੇਸ਼ਨ ਹੋਲਡ ਕਰਦਾ ਹੈ, ਕਿ ਮਤਲਬ ਤੁਹਾਡੀ ਟਾਈਮਲਾਈਨ ਦੇ ਵਿੱਚ ਪਾਸਟ, ਪ੍ਰੈਜ਼ੈਂਟ, ਫਿਊਚਰ ਜਿੰਨੀਆਂ ਵੀ ਟਾਈਮਲਾਈਨ ਆ, ਜਿੰਨੇ ਵੀ ਇਨਫਿਨਿਟ ਟਾਈਮਲਾਈਨਸ ਆਫ ਇਨਫਿਨਿਟ ਪੈਰਲਲ ਯੂਨੀਵਰਸਿਸ, ਸਾਰੀਆਂ ਉਹਦੇ ਵਿੱਚ ਪਈਆਂ ਆ 8th ਪਲੇਨ ਦੇ ਵਿੱਚ। ਤੇ ਉਹ ਜਿਹੜਾ ਪਲੇਨ ਆ ਉਹ ਫਿਜ਼ੀਕਲੀ ਐਗਜ਼ਿਸਟ ਨਹੀਂ ਕਰਦਾ, ਮਤਲਬ ਕਿ ਸਪੋਜ਼ ਡਿਜੀਟਲੀ ਲਾ ਲਓ ਕਿ ਮਤਲਬ ਡਿਜੀਟਲੀ ਐਗਜ਼ਿਸਟ ਕਰ ਰਿਹਾ, ਉਹ ਵਰਚੁਅਲ ਐਗਜ਼ਿਸਟ ਕਰ ਰਿਹਾ, ਵਰਚੁਅਲ ਰਿਐਲਿਟੀ ਵਾਂਗੂ। ਤੇ ਉਹਦੇ ਵਿੱਚ ਤੁਹਾਡਾ ਲਿਟਰਲੀ ਸਾਰਾ ਰਿਕਾਰਡ ਪਿਆ, ਟਾਈਮਲਾਈਨ, ਸਾਰੀਆਂ ਟਾਈਮਲਾਈਨਸ ਤੁਹਾਡੇ ਜਿੰਨੇ ਯੂਨੀਵਰਸਿਸ ਦੇ ਵਿੱਚ ਸਾਰੀਆਂ ਉਹਦੇ ਵਿੱਚ ਰਿਕਾਰਡ ਪਿਆ 8D ਦੇ ਵਿੱਚ। ਹੁਣ ਮੂਵਿੰਗ ਔਨ ਟੂ 9D ਦੇ ਵਿੱਚ ਇਨਫਿਨਿਟ ਯੂਨੀਵਰਸਿਸ ਹੀ ਬਣ ਜਾਂਦੇ ਆ। ਫਿਰ 9th ਡਾਈਮੈਂਸ਼ਨ ਦੇ ਵਿੱਚ ਆ ਕੇ ਜਿਹੜੀ ਯੂਨੀਵਰਸਿਸ ਆ ਉਹ ਵੀ ਇਨਫਿਨਿਟ ਹੋ ਜਾਂਦੇ ਆ। ਸਿਰਫ ਇੱਥੋਂ ਤੱਕ ਨਹੀਂ ਰਹਿੰਦੀ ਗੱਲ, ਉਹ ਜਿਹੜੇ ਡਿਫਰੈਂਟ ਯੂਨੀਵਰਸ ਆ ਉਹਨਾਂ ਦੇ ਆਪਣੇ ਡਿਫਰੈਂਟ ਲਾਅ ਆਫ ਫਿਜ਼ਿਕਸ ਵੀ ਹੋ ਸਕਦੇ ਆ, ਕਿ ਮਤਲਬ ਇਹ ਨਹੀਂਗਾ ਕਿ ਇੱਥੇ ਤੁਸੀਂ ਗ੍ਰੈਵਿਟੀ ਇੱਦਾਂ ਵਰਕ ਕਰਦੀ ਆ, ਤੁਸੀਂ ਥੱਲੇ ਉੱਠ ਰਹੇ ਹੋ ਉੱਥੇ ਵੀ ਗ੍ਰੈਵਿਟੀ ਇੱਦਾਂ ਹੀ ਵਰਕ ਕਰੂਗੀ। ਡਿਫਰੈਂਟ ਯੂਨੀਵਰਸ ਦੇ ਵਿੱਚ ਤੁਸੀਂ ਹੋ ਸਕਦਾ ਕਿ ਉੱਪਰ ਨੂੰ ਉੱਠ ਰਹੇ ਹੋ, ਤੁਸੀਂ ਰਿਵਰਸ ਏਜ ਕਰ ਰਹੇ ਹੋ, ਕੁਝ ਵੀ ਹੋ ਸਕਦਾ, ਮਤਲਬ ਕਿ ਡਿਫਰੈਂਟ ਯੂਨੀਵਰਸ ਇਨਫਿਨਿਟ ਪੋਸੀਬਿਲਿਟੀਜ਼ ਆ, ਕਿ ਮਤਲਬ ਕੁਝ ਵੀ ਉਹਦਾ ਫਿਊਚਰ ਹੋ ਸਕਦਾ। ਤੇ ਫਾਈਨਲੀ ਜਿਹੜੀ 10th ਡਾਈਮੈਂਸ਼ਨ ਦਾ, ਉਹਦੇ ਵਿੱਚ ਤੁਸੀਂ ਅਨਇਮੈਜੀਨੇਬਲ ਪਾਵਰ ਆ 10th ਡਾਈਮੈਂਸ਼ਨ ਦੇ ਵਿੱਚ, ਕਿ ਮਤਲਬ ਤੁਸੀਂ ਸੋਚੋ ਜਿੰਨੀ ਫਾਰ, ਜਿੰਨੀ ਵਾਈਡ ਤੁਹਾਡੀ ਸੋਚ ਜਾ ਸਕਦੀ ਹੈ, ਜਿੰਨੀ ਵਾਈਡ ਤੁਸੀਂ ਸੋਚ ਸਕਦੇ ਆ, ਉਹ ਪੋਸੀਬਿਲਿਟੀ ਹੈ ਉਹਦੇ ਵਿੱਚ। 10th ਡਾਈਮੈਂਸ਼ਨ ਦੇ ਵਿੱਚ ਉਹ ਸਭ ਕੁਝ ਹੋ ਸਕਦਾ। ਤੇ ਸਾਇੰਟਿਸਟ ਬਿਲੀਵ ਕਰਦੇ ਆ ਕਿ ਜੇ ਕੋਈ ਗੋਡ ਹੋਊਗਾ, ਐਗਜ਼ਿਸਟ ਕਰੂਗਾ, ਤੇ ਉਹ 10th ਡਾਈਮੈਂਸ਼ਨ ਦੇ ਵਿੱਚ ਹੀ ਕਰੂਗਾ, ਕਿਉਂਕਿ 10th ਡਾਈਮੈਂਸ਼ਨ ਹੀ ਇੰਨੀ ਪਾਵਰਫੁਲ ਆ ਲਿਟਰਲੀ ਕਿ ਸਾਰੇ ਯੂਨੀਵਰਸ ਜਿਹੜਾ ਉਹ ਬੰਦਾ ਉਹਦੇ ਵਿੱਚ ਰਹਿ ਰਿਹਾ ਹੈ 10th ਡਾਈਮੈਂਸ਼ਨ ਦੇ ਵਿੱਚ, ਉਹ ਲਿਟਰਲੀ ਸਾਰੇ ਸਪੇਸ ਟਾਈਮ, ਸਾਰੇ ਯੂਨੀਵਰਸ ਐਂਡ ਜਿੰਨੀਆਂ ਵੀ ਚੀਜ਼ਾਂ ਉਹਦੇ ਵਿੱਚ ਰਹਿ ਰਹੀਆਂ ਆ ਸਭ ਕੰਟਰੋਲ ਕਰ ਸਕਦਾ ਬੰਦਾ। ਦੈਟ ਇਜ਼ 10D। ਸੋ ਦੈਟਸ ਇਟ ਗਾਇਜ਼। ਆਹੀ ਸੀਗਾ ਜਿੰਨਾ ਡਾਈਮੈਂਸ਼ਨਸ ਬਾਰੇ ਮੈਂ ਦੱਸ ਪਾਇਆ ਤੁਹਾਨੂੰ, ਮੈਂ ਦੱਸਿਆ ਇਸ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮਚ ਵੀਡੀਓ ਦੇਖਣ ਵਾਸਤੇ। ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਥਿਊਰੀ ਆਫ ਰਿਲੇਟਿਵਿਟੀ, ਜਿਹੜੀ ਕਿ ਆਇਨਸਟਾਈਨ ਨੇ ਦਿੱਤੀ ਆ। ਬਹੁਤ ਹੀ ਰੈਵੋਲੂਸ਼ਨਰੀ ਡਿਸਕਵਰੀ ਸੀਗੀ ਉਹਦੀ, ਜਿਹੜੀ ਕਿ ਪੂਰੀ ਸਾਇੰਸ ਨੂੰ, ਐਸਟਰੋਨੋਮੀ ਨੂੰ ਰੈਵੋਲੂਸ਼ਨਾਈਜ਼ ਕਰਕੇ ਰੱਖਤਾ, ਤੇ ਬਹੁਤ ਲੋਕਾਂ ਨੂੰ ਪਤਾ ਹੀ ਨਹੀਂਗਾ ਕਿ ਉਹਦੀ ਡਿਸਕਵਰੀ ਸੀਗੀ ਕੀ। ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਉਸੇ ਬਾਰੇ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ।